ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਹਰਜਿੰਦਰ ਵਾਲੀਆ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ ਸੁਖਵਿੰਦਰ। ਧੰਨਵਾਦ ਵਾਲੀਆ ਸਾਹਿਬ। ਵਿਧਾਨ ਸਭਾ ਚੋਣਾਂ ਤੋਂ ਬਾਅਦ ਜੋ ਕੁਝ ਮੋਦੀ ਸਾਹਿਬ ਕਹਿ ਕੇ ਗਏ ਸੀ ਕਿ ਮੈਂ ਬਚ ਕੇ ਨਿਕਲ ਗਿਆ, ਸ਼ੁਕਰ ਹੈ। ਤੇ ਹੁਣ ਪੰਜਾਬ ਦੇ ਵਿੱਚ ਭਾਜਪਾ ਫਿਰ ਐਕਟਿਵ ਹੋ ਰਹੀ ਹੈ। 2024 ਚੋਣਾਂ ਦੀ ਤਿਆਰੀ ਚੱਲ ਰਹੀ ਆ ਤੇ ਨੱਡਾ ਸਾਹਿਬ ਪੰਜਾਬ ਦੌਰੇ ਤੇ ਜਾਂ ਹੋਰ ਵੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਆਉਂਦੀ ਜਾਂਦੀ ਰਹਿੰਦੀ ਹੈ ਪੰਜਾਬ ਦੇ ਵਿੱਚ। ਪਰ ਇਹ ਤਿਆਰੀਆਂ ਨੂੰ ਕਿਸ ਢੰਗ ਨਾਲ ਦੇਖਿਆ ਜਾਏ? ਪਹਿਲਾਂ ਵੀ ਇਹ ਕਹਿੰਦੇ ਸੀ ਕਿ ਪੰਜਾਬ ਦਾ ਅਸੀਂ ਜਿੱਤਣਾ, ਸਰਕਾਰ ਸਾਡੀ ਬਣਨੀ ਹੈ। ਜੋ ਹਾਲ ਹੋਇਆ ਉਹ ਸਭ ਦੇ ਸਾਹਮਣੇ। ਹੁਣ ਫੇਰ ਕਹਿੰਦੇ ਨੇ ਕਿ ਪੰਜਾਬ ਅਸੀਂ ਜਿੱਤਣਾ, ਲੋਕ ਸਭਾ ਦੀਆਂ ਸੀਟਾਂ ਵੀ ਸਾਡੀਆਂ ਹੋ ਜਾਣੀਆਂ ਤੇ ਉਦੋਂ ਬਾਅਦ 27 ਦੇ ਵਿੱਚ ਵੀ ਸਾਡਾ ਹੀ ਝੰਡਾ ਝੁਲਣਾ। ਦੇਖੋ, ਗੱਲ ਇਹ ਹੈ ਕਿ ਬੜੀ ਮਿਹਨਤ ਕਰ ਰਹੇ ਨੇ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੇਪੀ ਨੱਡਾ ਦਾ ਕੱਲ ਜਿਸ ਕਿਸਮ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ, ਉਹ ਆਪਣੇ ਆਪ ਦੇ ਵਿੱਚ ਬਹੁਤ ਜਿਹੜਾ ਹੈ ਅਹਿਮ ਨਜ਼ਰ ਆਉਂਦਾ ਹੈ। ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਦੇਖੋ ਅਕਾਲੀ ਤਾਂ ਹੁਣ ਹਾਲ ਦੀ ਘੜੀ ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੈ। ਜਿਹੜੇ ਤਿੰਨ ਬੰਦੇ ਨੇ ਕਿਤੇ ਨਜ਼ਰ ਹੀ ਨਹੀਂ ਆਉਂਦੇ। ਸੁਖਬੀਰ ਸਿੰਘ ਬਾਦਲ ਸਾਹਿਬ ਕਦੇ ਕਦੇ ਕੋਈ ਬਿਆਨ ਦੇ ਦਿੰਦੇ ਨੇ, ਮਜੀਠੀਆ ਜੇਲ੍ਹ 'ਚ ਹੈ ਤੇ ਅਕਾਲੀ ਜਿਹੜੇ ਨੇ ਉਹ ਰੜਕਦੇ ਨਹੀਂ ਪੰਜਾਬ ਦੀ ਸਿਆਸਤ 'ਚ। ਹੁਣ ਤਾਂ ਸੱਚਮੁੱਚ ਹੀ ਉਹ ਗੱਲ ਸੱਚੀ ਹੈ ਜਿਹੜੀ ਲੋਕ ਕਹਿ ਰਹੇ ਨੇ ਕਿ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਰਦਾਸ ਜਿਹੜੀ ਹੈ ਸੁਣੀ ਗਈ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਦਾ ਕੱਖ ਨਾ ਰਹੇ। ਰਹੀ ਗੱਲ ਦੂਜੀ, ਕਾਂਗਰਸ ਪਾਰਟੀ ਦਾ ਆਪਣਾ ਇੰਨਾ ਬੁਰਾ ਹਾਲ ਹੈ ਤੇ ਵਜੂਦ ਉਹਨਾਂ ਦਾ ਨਾ ਸਿਰਫ ਦੇਸ਼ 'ਚ ਖਤਰੇ 'ਚ ਹੈ, ਪੰਜਾਬ 'ਚ ਖਤਰੇ 'ਚ ਹੈ। ਰਾਜਾ ਵੜਿੰਗ ਜਿਹੜੇ ਨੇ ਉਹ ਪ੍ਰਧਾਨ ਬਣਾਤੇ ਨੇ, ਲੱਗੇ ਹੋਏ ਨੇ, ਲੇਕਿਨ ਨਵਜੋਤ ਸਿੰਘ ਸਿੱਧੂ ਆਪਣੀ ਡਫੜੀ ਵਜਾ ਰਹੇ ਨੇ। ਚੰਨੀ ਸਾਹਿਬ ਕਿਤੇ ਹਨੀ ਦੀ ਜ਼ਮਾਨਤ 'ਚ ਲੱਗੇ ਹੋਏ ਨੇ ਔਰ ਬਾਜਵਾ ਸਾਹਿਬ ਕਦੇ ਕਦੇ ਸਟੇਟਮੈਂਟ ਦੇ ਦਿੰਦੇ ਨੇ। ਤਾਂ ਗੱਲ ਕੀ ਕਿ ਕਾਂਗਰਸ ਵੀ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਇੱਕ ਤਕੜੀ ਆਪੋਜੀਸ਼ਨ ਹੋਣੀ ਚਾਹੀਦੀ ਸੀ। ਤੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਹੁਣ ਮੌਕਾ ਹੈ ਕਿ ਅਸੀਂ ਕੁਛ ਨਾ ਕੁਛ ਖੱਟ ਸਕਦੇ ਹਾਂ। ਹਾਲਾਤ ਐਸੇ ਨੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਗਰੰਟੀਆਂ ਦਿੱਤੀਆਂ ਨੇ, ਗਰੰਟੀਆਂ ਦੇ ਕਾਰਨ ਉਹ ਲੋਕਾਂ ਦੀ ਕਚਹਿਰੀ 'ਚ ਖੜੇ ਨੇ ਕਿ ਹੁਣ ਤਾਂ ਇਹ ਵੀ ਕਹਿਣਾ ਸ਼ੁਰੂ ਕਰਤਾ ਕਿ ਜਦੋਂ ਖਜ਼ਾਨਾ ਹੋਊਗਾ ਪੈਸਾ ਤਾਂ ਹਜ਼ਾਰ ਰੁਪਈਆ ਦੇਵਾਂਗੇ। ਇਹਦਾ ਮਤਲਬ ਜਦੋਂ ਗਰੰਟੀਆਂ ਦਿੱਤੀਆਂ ਸੀ ਉਦੋਂ ਕੀ ਸੋਚਿਆ ਸੀ? ਉਦੋਂ ਤੱਕ ਕਿਹਾ ਨਹੀਂ ਸੀ। ਬੇਅਦਬੀ ਦੀ ਹਾਲੇ ਤੱਕ ਗੱਲ ਨਹੀਂ ਹੋਈ। ਤਾਂ ਜਿਹੜੀ ਬਿਜਲੀ ਦੀ ਗਰੰਟੀ ਉਹ ਵੀ ਅੱਧੀ ਅਧੂਰੀ ਹੈ, ਜੁਲਾਈ ਤੋਂ ਬਾਅਦ ਪਤਾ ਲੱਗੂ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਅਸੀਂ ਇਹ ਪ੍ਰਚਾਰ ਕਰੀਏ ਕਿ ਪੰਜਾਬ ਦੇ ਲੋਕ ਠੱਗਿਆ ਹੋਇਆ ਮਹਿਸੂਸ ਕਰਦੇ ਨੇ। ਤਾਂ ਇਸ ਹਾਲਾਤ ਦੇ ਵਿੱਚ ਪੰਜਾਬ ਤੇ ਨਿਗਾਹ ਉਹਨਾਂ ਦੀ ਔਰ ਸ਼ਕਤੀ ਪ੍ਰਦਰਸ਼ਨ ਕੱਲ ਲੁਧਿਆਣੇ 'ਚ ਕੀਤਾ। ਲੁਧਿਆਣਾ ਵੀ ਇਸ ਕਰਕੇ ਚੁਣਿਆ ਲੱਗਦਾ ਹੈ ਕਿ ਲੁਧਿਆਣੇ 'ਚ ਵੱਡੀ ਗਿਣਤੀ ਦੇ ਵਿੱਚ ਮਾਈਗ੍ਰੈਂਟ ਵੋਟ ਹੈ, ਹਿੰਦੂ ਵੋਟ ਹੈ, ਪ੍ਰਵਾਸੀ ਜਿਹੜੇ ਨੇ ਯੂਪੀ ਬਿਹਾਰ ਵਾਲੇ ਉਹ ਵੀ ਉੱਥੇ ਨੇ। ਤਾਂ ਇਸ ਕਰਕੇ ਉਹਨਾਂ ਨੇ ਲੁਧਿਆਣੇ ਦੇ ਵਿੱਚ ਜ਼ਿਆਦਾ ਜ਼ੋਰ ਲਾਉਣਾ ਇੱਥੋਂ ਸ਼ੁਰੂ ਕੀਤਾ। ਇਹਨਾਂ ਦਾ ਜਿਹੜਾ ਦੇਖਿਓ ਤੁਸੀਂ ਜਲੰਧਰ ਤੇ ਲੁਧਿਆਣਾ ਮੇਨ ਇਹਨਾਂ ਨੇ ਆਪਣਾ ਏਰੀਆ ਆਫ ਆਪਰੇਸ਼ਨ ਰੱਖਣਾ ਆਉਣ ਵਾਲੇ ਟਾਈਮ ਦੇ ਵਿੱਚ। ਤੇ ਹੁਣ ਇਕੱਲੇ ਇਹ ਨਹੀਂ, ਕੱਲ ਮੈਂ ਦੇਖ ਰਿਹਾ ਸੀ ਜਿਹੜਾ ਲੁਧਿਆਣੇ ਦੇ ਵਿੱਚ ਉਹਨਾਂ ਦਾ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜਦੋਂ ਪਹੁੰਚਦਾ ਉਸ ਵੇਲੇ ਅਸ਼ਵਨੀ ਸ਼ਰਮਾ ਨੇ ਤਾਂ ਹੋਣਾ ਹੀ ਸੀ, ਪੰਜਾਬ ਦਾ ਪ੍ਰਧਾਨ ਹੈ। ਇਹਨਾਂ ਦੇ ਰਾਸ਼ਟਰੀ ਉਪ ਪ੍ਰਧਾਨ ਪੰਜਾਬ ਤੇ ਜਿਹੜਾ ਹਰਿਆਣਾ ਦੇ ਪ੍ਰਭਾਰੀ ਨੇ ਸੁਦਾਨ ਸਿੰਘ, ਫਿਰ ਦੁਸ਼ਯੰਤ ਗੌਤਮ, ਸੋਮ ਪ੍ਰਕਾਸ਼, ਨਰਿੰਦਰ ਸਿੰਘ, ਮਤਲਬ ਵੱਡੀ ਲੀਡਰਸ਼ਿਪ ਕੱਲ ਸੀ। ਔਰ ਫਿਰ ਉਹਨਾਂ ਨੇ ਜਿਸ ਤਰੀਕੇ ਨਾਲ ਜਲੂਸ ਦੀ ਸ਼ਕਲ ਦੇ ਵਿੱਚ ਜਾ ਰਹੇ ਨੇ ਔਰ ਸ਼ਕਤੀ ਪ੍ਰਦਰਸ਼ਨ ਸਭ ਕੁਛ ਜਿਹੜਾ ਇਉਂ ਲੱਗ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਫੀ ਗਿਣਤੀ 'ਚ ਸਿੱਖ ਲੋਕ ਸ਼ਾਮਲ ਹੋ ਗਏ। ਪੱਗਾਂ ਉੱਥੇ ਨਜ਼ਰ ਆ ਰਹੀਆਂ ਸੀ ਉਸ ਇਕੱਠ ਦੇ ਵਿੱਚ। ਵੈਸੇ ਵੀ ਨੱਡਾ ਸਾਹਿਬ ਜਦੋਂ ਗਿਣਾ ਰਹੇ ਸੀ ਕਿ ਮੋਦੀ ਸਾਹਿਬ ਨੇ ਕੀ ਕੀਤਾ ਪੰਜਾਬੀਆਂ ਲਈ ਤੇ ਸਿੱਖਾਂ ਲਈ,
ਉਹਦੇ ਪਿੱਛੇ ਵੀ ਇਹੀ ਕਾਰਨ ਸੀ। ਹੋਰ ਵੀ ਬੜੀਆਂ ਗੱਲਾਂ ਗਿਣਾਈਆਂ ਕਿ 5 ਰਾਜਾਂ ਚੋਂ 4 ਰਾਜਾਂ 'ਚ ਜਿੱਤੇ, ਵੈਕਸੀਨੇਸ਼ਨ 'ਚ ਅਸੀਂ ਨੰਬਰ 1 ਰਹੇ, ਸਾਡੀ ਵਿਦੇਸ਼ ਨੀਤੀ ਬੜੀ ਮਜ਼ਬੂਤ ਹੈ, ਭਾਰਤ ਹੁਣ ਮੰਗਣ ਵਾਲਾ ਨਹੀਂ ਦੇਣ ਵਾਲਾ ਦੇਸ਼ ਬਣ ਗਿਆ, ਬੜਾ ਕੁਝ ਕੀਤਾ। ਇੱਕ ਨਵੀਂ ਗੱਲ ਹੋਰ ਵੀ ਕੀਤੀ, ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਈਡੀਅਲ ਬਣਾਇਆ ਤੇ ਬਾਰ-ਬਾਰ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਗੱਲ ਕੀਤੀ। ਤੇ ਸ਼ਹੀਦ ਭਗਤ ਸਿੰਘ ਵੈਸੇ ਇਹਨਾਂ ਦੀਆਂ ਗੱਲਾਂ ਸੁਣ ਕੇ ਸੁਖਵਿੰਦਰ ਮੈਨੂੰ ਲੱਗਿਆ ਨਹੀਂ ਤਾਂ ਅਸੀਂ ਤਾਂ ਭਗਤ, ਰਾਜਗੁਰੂ ਤੇ ਸੁਖਦੇਵ ਇਹ ਤਿੰਨਾਂ ਦਾ ਨਾਮ ਲੈਂਦੇ ਸੀ ਤੇ ਤਿੰਨਾਂ ਬਾਰੇ ਅਲੱਗ ਕਰਕੇ ਦੇਖ ਹੀ ਨਹੀਂ ਸਕਦੇ ਸੀ ਅਸੀਂ ਤਿੰਨੇ ਸ਼ਹੀਦਾਂ ਨੂੰ। ਤੇ ਇੱਥੇ ਹੁਣ ਜਿਸ ਤਰੀਕੇ ਨਾਲ ਸੁਖਦੇਵ ਨੂੰ ਬਹੁਤ ਵਾਰ ਮੂੰਹ ਤੇ ਨਹੀਂ ਚੜਦਾ, ਸੁਖਦੇਵ ਥਾਪਰ ਯਾਨੀ ਸ਼ਹੀਦ ਸੁਖਦੇਵ ਨੂੰ ਸੁਖਦੇਵ ਥਾਪਰ ਜਦੋਂ ਕਹਿੰਦੇ ਨੇ ਤੇ ਸੁਖਦੇਵ ਥਾਪਰ ਜਾਂ ਸੁਖਦੇਵ ਦੇ ਨਾਂ ਤੇ ਭਾਰਤੀ ਜਨਤਾ ਪਾਰਟੀ ਜਾਂ ਨੱਡਾ ਸਾਹਿਬ ਜਿਹੜੀ ਐਂ ਲੱਗਦਾ ਕਿ ਸ਼ਹੀਦ ਨੂੰ ਸ਼ਹੀਦ ਦੇ ਮੁਕਾਬਲੇ ਖੜਾ ਕਰਤਾ। ਜਿਹੜੀ ਹੁਣ ਉੱਥੇ ਗਏ ਲੁਧਿਆਣੇ, ਅੱਜ ਵੈਸੇ ਕੱਲ ਗਏ ਪਰ ਅੱਜ 116ਵੀਂ ਜਨਮ ਸ਼ਤਾਬਦੀ ਜਾਂ ਜਨਮ ਦਿਨ ਹੈ ਸ਼ਹੀਦ ਸੁਖਦੇਵ ਦਾ। ਤੇ ਕੱਲ ਇਹ ਫਿਰ ਸ਼ਰਧਾਂਜਲੀ ਭੇਟ ਕਰਨ ਲਈ ਨੱਡਾ ਸਾਹਿਬ ਈ ਰਿਕਸ਼ਾ ਤੇ ਬੈਠ ਕੇ ਜਾਂਦੇ ਨੇ। ਉਹ ਤਾਂ ਖੈਰ ਚਲੋ ਗਲੀਆਂ 'ਚ ਜਾਣਾ ਵੱਖਰੀ ਗੱਲ ਹੈ। ਤਾਂ ਉੱਥੇ ਗਏ, ਸਤਿਕਾਰ ਭੇਟ ਕੀਤਾ ਤੇ ਜਿਹੜਾ ਉੱਥੇ ਉਹਨਾਂ ਦਾ ਟਰਸਟ ਬਣਿਆ ਜਿਹੜਾ ਸੁਖਦੇਵ ਥਾਪਰ ਦੇ ਨਾਂ ਤੇ ਉਹਨੂੰ ਮੰਗ ਕੀਤੀ ਜੀ ਕੋਈ ਟਿਕਟ ਜਾਰੀ ਕਰੋ ਜੀ, ਰੇਲਵੇ ਸਟੇਸ਼ਨ ਦਾ ਨਾਂ ਸੁਖਦੇਵ ਥਾਪਰ ਦੇ ਨਾਂ ਤੇ ਰੱਖੋ, ਪਰਿਵਾਰ ਨੂੰ ਕੁਛ ਦਿਓ। ਇਹ ਸਾਰੀਆਂ ਗੱਲਾਂ ਠੀਕ ਹੋਣਗੀਆਂ ਜਾਂ ਠੀਕ ਕਹਿ ਸਕਦੇ ਆ, ਪਰ ਸ਼ਹੀਦਾਂ ਨੂੰ ਵੰਡਣਾ ਜਾਂ ਉਹਨਾਂ ਨੂੰ ਜਾਤ ਪਾਤ ਦੇ ਨਾਲ ਮੈਂ ਕਿਤੇ ਨਹੀਂ ਦੇਖਿਆ ਕਿ ਭਗਤ ਸਿੰਘ ਨੇ ਆਪਣੇ ਨਾਮ ਨਾਲ ਸੰਧੂ ਲਾਇਆ ਹੋਵੇ। ਅੱਜ ਇਹ ਸ਼ਹੀਦ ਭਗਤ ਸਿੰਘ ਸੰਧੂ ਲਿਖੂਗਾ, ਇਹ ਥਾਪਰ ਲਿਖਦੇ ਨੇ, ਕੋਈ ਹੋਰ ਲਿਖੂਗਾ। ਸ਼ਹੀਦ ਤਾਂ ਸ਼ਹੀਦ ਹੁੰਦਾ, ਉਹਨੂੰ ਇਸ ਤਰ੍ਹਾਂ ਕਿਵੇਂ ਵੰਡਿਆ ਜਾ ਸਕਦਾ। ਲੇਕਿਨ ਸੁਖਦੇਵ ਥਾਪਰ ਦੇ ਇੱਥੇ ਗਏ ਤੇ ਜਾ ਕੇ ਸਤਿਕਾਰ ਭੇਟ ਕੀਤਾ, ਸ਼ਹੀਦਾਂ ਦੀ ਗੱਲ ਕੀਤੀ। ਤਾਂ ਹੁਣ ਗੱਲ ਹੈ ਵੀ ਇਹ ਸ਼ਹੀਦ ਤਾਂ ਚਾਹੀਦੇ ਨੇ ਭਾਰਤੀ ਜਨਤਾ ਪਾਰਟੀ ਨੂੰ, ਇਹ ਸ਼ਹੀਦ ਨੂੰ ਇਹ ਹੁਣ ਆਪਣਾ ਸ਼ਹੀਦ ਬਣਾਉਣਗੇ। ਤੇ ਲੇਕਿਨ ਇਹਦੇ ਨਾਲ ਹੀ ਹੋਰ ਵੀ ਗੱਲ ਹੈ ਕਿ ਬਰਿੰਦਰ ਢਿੱਲੋਂ ਦੀ ਵੀ ਗੱਲ ਕਰਨੀ ਬਣਦੀ ਹੈ, ਯੂਥ ਕਾਂਗਰਸ ਦੇ ਲੀਡਰ ਦੀ। ਉਹਨੇ ਆਪਣਾ ਪ੍ਰਦਰਸ਼ਨ ਕੀਤਾ ਯੂਥ ਕਾਂਗਰਸ ਦੇ ਬੰਦਿਆਂ ਨੂੰ ਲੈ ਕੇ। ਪੁਲਿਸ ਨਾਲ ਧੱਕੇ ਬੱਕੀ ਖੋਣੀ ਹੁੰਦੀ ਹੈ, ਖਬਰ ਤਾਂ ਹੀ ਬਣਦੀ ਹੈ ਜੇ ਪੁਲਿਸ ਤੋਂ ਥੋੜੀ ਕੁੱਟ ਖਾਓਗੇ। ਤੇ ਜੇ ਇੱਕ ਖੱਚਰ ਰੇਹੜੀ ਤੇ ਮੋਟਰਸਾਈਕਲ ਚੜਾ ਕੇ ਲੈ ਆਏ, ਕਹਿੰਦੇ ਚਲਾਈਏ ਕਿਵੇਂ, ਇਹ ਉਹੀ ਬੰਦਾ ਜਿਹਨੇ ਟਰੈਕਟਰ ਨੂੰ ਅੱਗ ਲਾਈ ਸੀ ਕਿਸਾਨ ਅੰਦੋਲਨ ਵੇਲੇ। ਤੇ ਉਵੇਂ ਹੁਣ ਮੋਟਰਸਾਈਕਲ ਰੇਹੜੀ ਤੇ ਕਹਿੰਦੇ ਚਲਾਓ, ਕਿਵੇਂ ਚਲਾਓਗੇ, ਡੀਜ਼ਲ ਇੰਨਾ ਮਹਿੰਗਾ ਹੋ ਗਿਆ, ਪੈਟਰੋਲ ਮਹਿੰਗਾ ਹੋ ਗਿਆ, ਗੈਸ ਮਹਿੰਗੀ ਹੋ ਗਈ। ਸੋ ਬਹਾਨਾ ਜਿਹੜਾ ਹੈ ਮਹਿੰਗਾਈ, ਲੇਕਿਨ ਨਿਸ਼ਾਨਾ ਜਿਹੜਾ ਨੱਡਾ ਸੀ ਕਾਂਗਰਸ ਪਾਰਟੀ ਦਾ। ਸੋ ਲੁਧਿਆਣੇ 'ਚ ਜੋ ਕੁਛ ਕੱਲ ਹੋਇਆ, ਮੈਂ ਇਹ ਕਹਿ ਸਕਦਾ ਹਾਂ ਕਿ ਲੁਧਿਆਣੇ 'ਚ ਭਾਰਤੀ ਜਨਤਾ ਪਾਰਟੀ ਨੇ ਇਹ 2024 ਦੀ ਕੰਪੇਨ ਸ਼ੁਰੂ ਕਰਤੀ ਕੱਲ। ਉਹਨਾਂ ਨੇ ਜਿਹੜਾ ਆਪਣਾ ਕਮਲ ਨੂੰ ਖਿਲਾਉਣਾ ਹੈ, ਕਮਲ ਨੂੰ ਖਿਲਾਉਣ ਤੋਂ ਪਹਿਲਾਂ ਇੱਕ ਜਦੋਂ ਫੁੱਲਾਂ ਜੋਗੀ ਜ਼ਮੀਨ ਰੱਖਣ ਵਾਲੀ ਗੱਲ ਹੈ, ਹੁਣ ਇਹ ਕਮਲ ਜੋਗੀ ਜ਼ਮੀਨ ਬਣਾ ਰਹੇ ਨੇ। ਔਰ ਇਹ ਚਾਹੁੰਦੇ ਨੇ ਕਿ ਜ਼ਮੀਨ ਹੁਣੇ ਤੋਂ ਤਿਆਰ ਕਰੀਏ ਤਾਂ ਕਿ ਪੰਜਾਬ 'ਚ ਘੱਟੋ ਘੱਟ ਨੈਸ਼ਨਲ ਲੈਵਲ ਤੇ ਫੁੱਲ ਖਿਲੇ। ਫਿਰ ਦੇਖਾਂਗੇ ਅਸੈਂਬਲੀ 'ਚ, ਪਹਿਲਾਂ ਨੈਸ਼ਨਲ ਲੈਵਲ ਦੀ ਗੱਲ ਕਰੀਏ। ਭਾਰਤੀ ਜਨਤਾ ਪਾਰਟੀ ਉਸ ਪਾਸੇ ਨੂੰ ਲੱਗੀ ਹੈ ਤੇ ਜੇਪੀ ਨੱਡਾ ਇਸੇ ਕਰਕੇ ਪੰਜਾਬ ਆਏ ਹੋਏ ਨੇ। ਜੀ ਵਾਲੀਆ ਸਾਹਿਬ, ਜਦੋਂ ਨੈਸ਼ਨਲ ਲੈਵਲ ਦੀ ਪੋਲਿਟਿਕਸ ਦੀ ਗੱਲ ਹੁੰਦੀ ਹੈ, ਅੱਗੋਂ ਹੁਣ ਸੰਗਰੂਰ ਵਾਲੀ ਉਪਚੋਣ ਵੀ ਆ ਰਹੀ ਆ ਤੇ ਉਧਰਲੇ ਪਾਸੇ ਤਿਆਰੀਆਂ ਚੱਲ ਰਹੀਆਂ ਕਿ ਆਮ ਆਦਮੀ ਪਾਰਟੀ ਆਪਣੀ ਸੀਟ ਨੂੰ ਸੰਭਾਲਣਾ ਚਾਹੁੰਦੀ ਹੈ। 2024 ਨੂੰ ਲੈ ਕੇ ਅੱਜ ਦੀ ਤਸਵੀਰ ਕੀ ਦੇਖਦੇ ਆ? ਜੇ ਇਹ ਕਹਿੰਦੇ ਨੇ ਕਿ ਅਸੀਂ ਜਿੱਤਾਂਗੇ ਤਾਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ 92 ਸੀਟਾਂ ਜਿੱਤੀ ਬੈਠੀ ਹੈ। ਇਸ ਹਿਸਾਬ ਨਾਲ ਤਾਂ ਉਹਨਾਂ ਨੇ ਵੀ ਕਹਿਣਾ ਹੈ ਕਿ ਸਾਰੀਆਂ ਦੀਆਂ ਸਾਰੀਆਂ ਸੀਟਾਂ ਸਾਡੇ ਕੋਲ ਨੇ। ਉਹ ਚਲੋ ਸਾਰੀਆਂ ਪਾਰਟੀਆਂ ਕਹਿੰਦੀਆਂ ਹੀ ਨੇ। ਨਹੀਂ ਦੇਖੋ, ਗੱਲ ਇਹ ਹੈ ਕਿ ਜੇ ਤਾਂ ਸੁਨੇਹਾ ਦੇ ਗਏ ਆਮ ਆਦਮੀ ਪਾਰਟੀ ਵਾਲੇ ਇਹ ਕਿ ਅਸੀਂ ਲੱਗੇ ਹੋਏ ਆ, ਸਾਡੀ ਭਾਵਨਾ ਬਿਲਕੁਲ ਠੀਕ ਹੈ, ਅਸੀਂ ਪੰਜਾਬ ਨੂੰ ਬਦਲਾਂਗੇ, ਪੰਜਾਬ ਨੂੰ ਬਣਾਵਾਂਗੇ ਰੰਗਲਾ ਪੰਜਾਬ।
ਔਰ ਅਸੀਂ ਦੇਖੋ ਤੁਹਾਡੇ ਸਾਹਮਣੇ ਆਹ ਕੰਮ ਇੱਕ ਲੰਬੀ ਸੂਚੀ ਤਿਆਰ ਕਰ ਲਈ ਉਦੋਂ ਤੱਕ ਕਿ ਜੀ ਦੇਖੋ ਅਸੀਂ ਇੱਕ ਪੈਨਸ਼ਨ ਤੇ ਇੱਕ ਐਮਐਲਏ ਕਰਤਾ ਜੀ, ਅਸੀਂ ਇਨਕਮ ਟੈਕਸ ਜਿਹੜੇ ਨੇ ਹਾਲਾਂਕਿ ਕੀਤਾ ਨਹੀਂ ਇਨਕਮ ਟੈਕਸ ਵਾਲਾ ਕੰਮ, ਜਾਂ ਅਸੀਂ ਪੰਚਾਇਤ ਦੀਆਂ ਜਿਹੜੀਆਂ ਨਜਾਇਜ਼ ਕਬਜ਼ੇ ਸੀ ਪੰਚਾਇਤੀ ਜ਼ਮੀਨਾਂ ਦੇ ਉਹ ਇੰਨੇ 1000 ਏਕੜ ਅਸੀਂ ਛੁਡਾ ਲਏ ਨੇ, ਹਾਲਾਂਕਿ ਕੱਲ ਤੱਕ 1008 ਏਕੜ ਸੀ। ਅਸੀਂ ਜੇਲ੍ਹਾਂ ਦੇ ਵਿੱਚੋਂ BIP ਸੈੱਲ ਖਤਮ ਕਰਤਾ। ਅੱਜ ਮੈਂ ਕਿਹਾ ਸੀ ਕਿ ਜੇ ਜੇਲ੍ਹ ਮੈਨੂਅਲ ਦੇਖ ਲਓ ਮਾਨ ਸਾਹਿਬ, ਜੇ ਤੁਸੀਂ ਕਰ ਸਕਦੇ ਹੋ, ਨਹੀਂ ਕਰ ਸਕਦੇ ਤਾਂ ਤੁਸੀਂ ਅਮੈਂਡ ਕਰਕੇ ਕਰ ਸਕਦੇ ਹੋ, ਉਹ ਕਰ ਲੈਣਗੇ। ਸੋ ਇਸ ਤਰ੍ਹਾਂ ਫਿਰ ਜਿਹੜੀ ਗਰੰਟੀਆਂ ਨੇ 13 ਗਰੰਟੀਆਂ ਚੋਂ ਕਿ ਜੀ ਅਸੀਂ ਆਹ ਗਰੰਟੀਆਂ ਪੂਰੀਆਂ ਕਰਤੀਆਂ ਦੱਸਣਗੇ। ਜਿਵੇਂ ਕਰਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੀ ਸਾਡੇ ਕੋਲ ਜਦੋਂ ਪੈਸੇ ਹੋਣਗੇ ਉਦੋਂ ਦੇਵਾਂਗੇ, ਤੇ ਫਿਰ ਜਿਹੜਾ ਜਿਸ ਤਰ੍ਹਾਂ 300 ਯੂਨਿਟ ਵਾਲੀ ਗੱਲ ਹੈ ਉਹ ਵੀ ਅੱਧ ਪਚੱਦੀ ਹੈ। ਜੇ ਤਾਂ ਕਨਵਿੰਸ ਕਰਾ ਗਏ ਕਿ ਜੀ ਨਹੀਂ ਗਰੰਟੀ ਜਿਹੜੀ ਹੈ, ਅਸੀਂ ਦੇਖ ਲਓ ਤੁਹਾਡੇ ਸਾਹਮਣੇ, ਹਾਲਾਂਕਿ ਇਹਨਾਂ ਸਰਕਾਰਾਂ ਨੇ ਪੈਸਾ ਖਤਮ ਕਰਤਾ ਸੀ, ਇਸ ਦੇ ਬਾਵਜੂਦ ਅਸੀਂ ਇੰਨੀਆਂ ਗਰੰਟੀਆਂ ਵੱਲ ਨੂੰ ਵਧੇ ਹੋਏ ਹਾਂ। ਹਾਲੇ ਸਾਡੇ ਕੋਲ 4.5 ਸਾਲ ਪਏ ਨੇ, ਅਸੀਂ ਪੂਰੀਆਂ ਕਰਾਂਗੇ। ਤੇ ਫਿਰ ਦੂਜੇ ਪਾਸੇ ਇਹ ਦੱਸਣ 'ਚ ਕਾਮਯਾਬ ਹੋ ਗਏ ਵੀ ਕਰੀਏ ਕੀ, ਅਸੀਂ 2 ਮਹੀਨੇ 'ਚ ਸਾਨੂੰ 8000 ਕਰੋੜ ਦਾ ਕਰਜ਼ਾ ਲੈਣਾ ਪੈ ਗਿਆ, ਪਰ ਇਹ ਸਾਡੀ ਮਜਬੂਰੀ ਹੈ। ਪਰ ਅਸੀਂ ਬੜੀ ਜਲਦੀ ਖਜ਼ਾਨਾ ਭਰਾਂਗੇ। ਕਿੱਥੋਂ ਭਰਾਂਗੇ ਜੇ ਦੱਸ ਦੇਣ, ਕਿਉਂਕਿ ਨਵਾਂ ਟੈਕਸ ਤਾਂ ਲਾਉਣਾ ਨਹੀਂ। ਤੇ ਫਿਰ ਜਦੋਂ ਇਹ ਕਹਿ ਦੇਣਗੇ ਕਿ ਜੀ ਚਲੋ ਜਿਹੜਾ ਕੁਝ ਹੋ ਗਿਆ ਪਹਿਲਾਂ ਰਾਜ ਸਭਾ 'ਚ, ਹੁਣ ਅਸੀਂ ਸਹੀ ਬੰਦੇ ਭੇਜੇ ਨੇ, ਜਿਹੜੇ ਜੁਲਾਈ 'ਚ ਭੇਜਣੇ ਨੇ 2 ਬੰਦੇ, ਤਾਂ ਜਿਹੜੀਆਂ ਗੱਲਾਂ ਕਰਕੇ ਆਲੋਚਨਾ ਹੁੰਦੀ ਰਹੀ ਜਾਂ ਹੋਣੀ ਸ਼ੁਰੂ ਹੋ ਗਈ, ਜਿਹੜੀਆਂ ਗੱਲਾਂ ਕਰਕੇ ਭਾਰਤੀ ਜਨਤਾ ਪਾਰਟੀ ਜਾਂ ਹੋਰ ਵਿਰੋਧੀ ਧਿਰਾਂ ਆਲੋਚਨਾ ਕਰਦੀਆਂ ਨੇ ਆਮ ਆਦਮੀ ਪਾਰਟੀ ਦੀ ਕਿ ਜੀ ਇਹ ਪੰਜਾਬੀ ਠੱਗੇ ਹੋਏ ਮਹਿਸੂਸ ਕਰਦੇ ਨੇ, ਜੇ ਉਹ ਗੱਲ ਕਨਵਿੰਸ ਕਰਾ ਗਏ ਕਿ ਨਹੀਂ ਅਸੀਂ ਬਹੁਤ ਜ਼ਿਆਦਾ ਸਿੰਸੀਅਰ ਹਾਂ, ਅਸੀਂ ਸਾਨੂੰ ਥੋੜਾ ਜਿਹਾ ਟਾਈਮ ਦਿਓ, ਅਸੀਂ ਪੰਜਾਬ ਦੇ ਲਈ ਜੋ ਕਿਹਾ ਉਹੀ ਕਰਾਂਗੇ, ਤੇ ਫਿਰ ਉਹ ਜਿੱਤ ਸਕਦੇ ਨੇ। ਨਹੀਂ ਤਾਂ ਫਿਰ ਬੜੀ ਮੁਸ਼ਕਿਲ ਹੈ। ਪਰ ਮੈਨੂੰ ਲੱਗਦਾ ਕਿ ਕਈ ਗੱਲਾਂ ਐਸੀਆਂ ਹੋ ਰਹੀਆਂ ਨੇ ਜਿਹਦੇ 'ਚ ਉਹ ਭਾਰਤ ਜਿਹੜੀ ਹੈ ਜਾਂ ਵਿਰੋਧੀ ਧਿਰ ਇਕੱਲੀ ਭਾਰਤੀ ਜਨਤਾ ਪਾਰਟੀ ਦੀ, ਅਕਾਲੀ ਕਾਂਗਰਸੀ, ਉਹਨਾਂ ਦੇ ਕੋਲ ਕੋਈ ਤਰਕ ਨਹੀਂ ਰਹਿਣਾ ਜਿਵੇਂ ਲੱਗੇ ਹੋਏ ਨੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰੀਆਂ ਗਰੰਟੀਆਂ ਪੂਰੀਆਂ ਕਰ ਦੇਣਗੇ, ਮੈਂ ਬਿਲਕੁਲ ਇਸ ਹੱਕ 'ਚ ਨਹੀਂ ਕਿ ਜੀ ਤੁਸੀਂ ਕਹੋ ਕਿ ਬੇਅਦਬੀ ਬਾਰੇ ਇਹਨਾਂ ਨੇ ਗੱਲ ਨਹੀਂ ਕੀਤੀ। ਨਸ਼ਿਆਂ ਦੇ ਮਾਮਲੇ ਦੇ ਵਿੱਚ ਬਿਲਕੁਲ ਲੱਗ ਰਿਹਾ ਜਿਸ ਤਰ੍ਹਾਂ ਇਹ ਕਿਹਾ ਗਿਆ ਮਾਨ ਸਾਹਿਬ ਵੱਲੋਂ ਕਿ ਜੀ ਅਸੀਂ ਜਿਹੜੇ ਐਸਐਸਪੀ ਤੇ ਐਸਐਚਓ ਨੂੰ ਜ਼ਿੰਮੇਵਾਰ, ਜੇ ਨਸ਼ੇ ਨਹੀਂ ਰੋਕਦੇ ਉਹਨਾਂ ਨੂੰ ਮੰਨਾਂਗੇ, ਬਿਲਕੁਲ ਸਹੀ ਗੱਲ ਹੈ। ਨਜਾਇਜ਼ ਕਬਜ਼ਿਆਂ 'ਚ ਕੁਲਦੀਪ ਸਿੰਘ ਧਾਲੀਵਾਲ ਲੱਗਿਆ ਹੋਇਆ ਤੇ ਉਹ ਵੀ ਜਿਹੜਾ ਆਪਣੇ ਆਪ 'ਚ ਮੈਨੂੰ ਲੱਗਦਾ ਹੈ ਠੀਕ ਟਰੈਕ ਤੇ ਚੱਲ ਰਿਹਾ ਕੰਮ। ਫਿਰ BIP ਵਾਲਾ ਵੀ ਟਰੈਕ ਤੇ ਚੱਲ ਰਿਹਾ ਕੰਮ, ਸਿਕਿਉਰਿਟੀ ਵਾਪਸ ਲੈਣ ਵਾਲਾ ਵੀ ਇਹਨਾਂ ਕੋਲ ਇੱਕ ਖਾਤਾ ਹੈਗਾ। ਕੁੰਡੀਆਂ ਜਿਹੜੀਆਂ ਬਿਜਲੀ ਦੀਆਂ ਕੁੰਡੀਆਂ, ਉਹਨੂੰ ਤੋਂ ਜਿਹੜਾ ਹੈ ਹੁਣ ਫੜ ਰਹੇ ਨੇ, ਵੱਡੇ ਵੱਡੇ ਡੇਰੇ ਫੜੇ ਜਾ ਰਹੇ ਨੇ, ਜਿਹੜੇ ਕੁੰਡੀ ਲਾਉਂਦੇ ਸੀ ਥਾਣੇ ਫੜੇ ਜਾ ਰਹੇ ਨੇ। ਇਹ ਸਾਰੀਆਂ ਗੱਲਾਂ ਉਹਨਾਂ ਦੇ ਖਾਤੇ 'ਚ ਪੈ ਜਾਣੀਆਂ ਨੇ ਜਦੋਂ ਨੂੰ ਸਤੰਬਰ ਤੱਕ ਇਲੈਕਸ਼ਨ ਹੋਣੀ ਹੈ। ਤੇ ਇਹ ਕਹਿ ਕੇ ਦੇਖੋ ਹਲੇ ਸਾਡੇ ਤਾਂ ਹਲੇ ਇੰਨਾ ਟਾਈਮ ਹੋਇਆ, ਅਸੀਂ ਇੰਨਾ ਕੁਝ ਕਰਤਾ, ਤੇ ਫਿਰ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਘੱਟੋ ਘੱਟ 22 ਇਲੈਕਸ਼ਨ 'ਚ ਜਿੱਤ ਯਕੀਨੀ ਹੋ ਸਕਦੀ ਹੈ। ਦੂਜੇ ਪਾਸੇ ਕਿਹੜੇ ਨੇ ਬੰਦੇ? ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਾਂ ਸੁਖਦੇਵ ਸਿੰਘ ਢੀਂਡਸਾ ਤੋਂ ਜਿੱਦੇ ਵੀ ਰਹੇ ਨੇ, ਪਿਛਲੀ ਵਾਰ ਹਾਰੇ ਨੇ 3 ਵਾਰ, ਤੇ ਜਾਂ ਇੱਕ ਵਾਰੀ ਪਰਮਿੰਦਰ ਢੀਂਡਸਾ ਆ ਰਿਹਾ, ਤਾਂ ਇਹ ਉਹਨਾਂ ਦਾ। ਤੇ ਕੀ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਖੜਾਉਂਦੀ ਹੈ, ਆਪਦਾ ਬੰਦਾ ਖੜਾਉਂਦੀ ਹੈ, ਜਾਂ ਫਿਰ ਆਪਣੇ ਕੋਲ ਕਾਂਗਰਸ ਹੈ? ਕਾਂਗਰਸ 'ਚ ਕੌਣ ਆਉਂਦਾ ਹੈ? ਨਵਜੋਤ ਸਿੰਘ ਸਿੱਧੂ ਵਿੱਚ ਰਹਿੰਦਾ ਕਿ ਨਹੀਂ ਰਹਿੰਦਾ? ਸੁਨੀਲ ਜਾਖੜ ਕਿੱਧਰ ਨੂੰ ਜਾਂਦਾ? ਬਹੁਤ ਸਾਰੀਆਂ ਗੱਲਾਂ ਨੇ ਆਪੋਜੀਸ਼ਨ ਕੋਲ, ਹਾਲੇ ਕਹਿਣ ਨੂੰ ਕੁਛ ਨਹੀਂ, ਉਹਨਾਂ ਕੋਲ ਦਾਅਵਾ ਕਰਨ ਨੂੰ ਕੁਛ ਨਹੀਂ ਕਿ ਕਿਉਂ ਸਾਨੂੰ ਵੋਟ ਪਾਏ। ਇਹਨਾਂ ਕੋਲ ਹੋ ਸਕਦਾ ਜਿਹੜੀ ਗੱਲ ਕਰਨ ਵਾਲੀ, ਜਿਹੜੀ ਮੈਨੂੰ ਨਜ਼ਰ ਆਉਂਦੀ ਹੈ, ਭਾਵੇਂ ਕਿ ਗਰੰਟੀਆਂ ਦੇ ਮਾਮਲੇ 'ਚ ਇਹਨਾਂ ਕੋਲ ਕੋਈ ਜਵਾਬ ਨਹੀਂ। ਜਦੋਂ ਇਹਨਾਂ ਨੂੰ ਇਹ ਕਹਿੰਦੇ ਆ ਕਿ ਭਾਈ ਤੁਸੀਂ ਕਦੋਂ ਕਿਹਾ ਸੀ ਕਿ ਜੀ ਸਾਨੂੰ ਟਾਈਮ ਦਿਓ, ਹੁਣ ਤੁਸੀਂ ਕਹਿੰਦੇ ਹੋ ਸਾਡੇ ਕੋਲ 1000 ਰੁਪਇਆ ਉਦੋਂ ਦੇਵਾਂਗੇ, ਉਹ ਤਾਂ ਤੁਸੀਂ ਸਿੱਧਾ ਕਹਿ ਰਹੇ ਸੀ। ਇਸ ਦੇ ਬਾਵਜੂਦ ਕਈ ਕੰਮ ਚੰਗੇ ਹੋ ਰਹੇ ਨੇ,
ਉਹ ਜਿਹੜੇ ਚੰਗੇ ਕੰਮ ਨੇ ਉਹਨਾਂ ਕਾਰਨ ਲੋਕਾਂ ਕੋਲ ਇਹ ਦਾਅਵਾ ਕਰਨ ਦੇ ਕਾਮਯਾਬ ਹੋ ਜਾਣਗੇ ਕਿ ਸਾਨੂੰ ਤੁਸੀਂ ਇਸ ਕਰਕੇ ਵੋਟ ਪਾਓ। ਹਾਲ ਦੀ ਘੜੀ ਇਹ ਨਜ਼ਰ ਆਉਂਦਾ ਹੈ। ਤੇ ਦੂਜੇ ਪਾਸੇ ਤਾਂ ਕਾਂਗਰਸ ਦਾ ਤਾਂ ਕਾਢੋ ਕਲੇਸ਼ ਹੀ ਨਹੀਂ ਖਤਮ ਹੋਇਆ ਹਾਲੇ, ਉਹ ਤਾਂ ਉੱਥੇ ਹੀ ਉਲਝੇ ਹੋਏ ਨੇ। ਤੋਂ ਇਸ ਕਰਕੇ ਕਾਂਗਰਸ ਫਿਰ ਅਕਾਲੀਆਂ ਦੇ ਕੋਲ ਜਿਹੜਾ ਹੈ ਉਹ ਉਸ ਤਰ੍ਹਾਂ ਦਾ ਦਾਅਵਾ ਕਰਨ ਵਾਲੀ ਗੱਲ ਹੀ ਕੁਛ ਨਹੀਂ ਹੈ। ਨਾਲੇ ਸੰਗਰੂਰ ਦੀ ਸੀਟ ਤੇ ਮਾਨ ਨੇ ਖੜੇ ਹੋਣਾ, ਸਿਮਰਜੀਤ ਸਿੰਘ ਮਾਨ ਨੇ, ਤੇ ਪੰਥ ਦੇ ਨਾਂ ਤੇ ਵੋਟ ਇਹਨੂੰ ਪੈਣੀ ਹੈ, ਕਿਹਨੂੰ ਪੈਣੀ ਹੈ, ਬਹੁਤ ਸਾਰੀਆਂ ਗੱਲਾਂ ਨੇ। ਤੇ ਮੈਨੂੰ ਲੱਗਦਾ ਹੈ ਕਿ ਇੱਥੇ ਭਗਵੰਤ ਮਾਨ ਸਹੀ ਹੈ। ਮੈਂ ਸੱਚੀ ਗੱਲ, ਮੈਨੂੰ ਜਿਹੜੀ ਲੋਕਾਂ ਦੀ ਫੀਡਬੈਕ ਹੈ ਸੁਖਵਿੰਦਰ, ਉਹ ਇਉਂ ਲੱਗਦਾ ਲੋਕ ਭਗਵੰਤ ਮਾਨ ਦੇ ਨਾਲ ਸਹੀ ਸੋਚ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਕੇਜਰੀਵਾਲ ਜਿਹੜਾ ਹੈ ਤਜਿੰਦਰ ਬੱਗਾ ਦੇ ਮਾਮਲੇ ਦੇ ਵਿੱਚ ਵੀ ਜਾਂ ਰਾਜ ਸਭਾ 'ਚ ਭੇਜਣ ਦੇ ਮਾਮਲੇ ਵਿੱਚ ਕੇਜਰੀਵਾਲ ਬਾਂਹ ਮਰੋੜਦਾ, ਇਹ ਸਹੀ ਪਾਸੇ ਨੂੰ ਚੱਲ ਰਹੇ ਨੇ ਪੰਜਾਬ ਵਾਲੇ। ਇਸ ਤਰ੍ਹਾਂ ਦੀ ਸੋਚ ਹੈ। ਇਸ ਕਰਕੇ ਸ਼ਾਇਦ ਕੋਈ ਵੀ ਬੰਦਾ ਇਹਨਾਂ ਨੂੰ ਖੜਾ ਕੀਤਾ ਤੇ ਹਾਲ ਦੀ ਘੜੀ ਲੱਗਦਾ ਅਪਰ ਹੈਂਡ ਆਮ ਆਦਮੀ ਪਾਰਟੀ ਦਾ ਹੋ ਸਕਦਾ ਹੈ। ਬਿਲਕੁਲ, ਭਗਵੰਤ ਮਾਨ ਜਦੋਂ ਤੱਕ ਅੱਗੇ ਲੱਗੇ ਨੇ ਉਦੋਂ ਤੱਕ ਲੋਕ ਯਕੀਨ ਤਾਂ ਕਰਦੇ ਨੇ। ਮੈਂ ਇੱਕ ਵਾਰ ਫਿਰ ਇਸੇ ਧਿਆਵਾਂ ਬਾਅਦ ਦੇ ਵਿੱਚ ਬਾਕੀ ਵਿਰੋਧੀ ਪਾਰਟੀ ਕਾਂਗਰਸ ਦੀ ਗੱਲ ਕਰਾਂਗੇ, ਉਹਨਾਂ ਦੇ ਕਲੇਸ਼ ਦੀ। ਪਹਿਲਾਂ ਕਿ ਇੱਕ ਖਬਰ ਹੋਰ ਨਸ਼ਰ ਹੋਈ ਹੈ, ਇਹ ਕਹਿੰਦੇ ਸੀ ਕਿ ਰੋਡਵੇਜ਼ ਦੀਆਂ ਬੱਸਾਂ ਅਸੀਂ ਉੱਥੇ ਨੂੰ ਚਲਾ ਦਿਆਂਗੇ, ਸਾਡੀ ਸਰਕਾਰ ਬਣਾ ਦਿਓ ਦਿੱਲੀ ਏਅਰਪੋਰਟ ਵੱਲ ਨੂੰ। ਤੇ ਹੁਣ ਜਿਹੜੀ ਖਬਰ ਚਰਚਾ ਦੇ ਵਿੱਚ ਹੈ ਕਿ ਐਕਟ ਕੁਝ ਹੋਰ ਕਹਿੰਦਾ ਹੈ, ਉੱਥੇ ਬੱਸ ਅੱਡਾ ਹੋਣਾ ਚਾਹੀਦਾ ਹੈ, ਜਾਂ ਪਹਿਲਾਂ ਵਾਲੀਆਂ ਪ੍ਰਾਈਵੇਟ ਬੱਸਾਂ ਫਿਰ ਕਿੱਦਾਂ ਚੱਲਦੀਆਂ ਰਹੀਆਂ। ਨਾਲੇ ਹੁਣ ਦੋਨੋਂ ਪਾਸੇ ਇਹਨਾਂ ਦੀ ਸਰਕਾਰ ਹੈ, ਹੁਣ ਦਿੱਕਤ ਕਿੱਥੇ ਹੈ, ਦੇਰੀ ਕਿਸ ਗੱਲ ਦੀ ਹੈ? ਦੇਖੋ, ਜੇ ਤਾਂ ਇਹ ਲੌਜਿਕ ਹੈ ਕਿ ਉੱਥੇ ਬੱਸ ਅੱਡਾ ਬਣਾਓ, ਫਿਰ ਇੰਡੋ ਕੈਨੇਡੀਅਨ ਲਈ ਬੱਸ ਅੱਡਾ ਕਿੱਥੇ ਹੈ ਜੀ? ਇੰਡੋ ਕੈਨੇਡੀਅਨ ਲਈ ਕੋਈ ਬੱਸ ਅੱਡਾ ਨਹੀਂ। ਟਾਈਮ ਉੱਥੇ ਦੱਸ ਦਿੰਦੇ ਨੇ ਉਹ ਵੀ ਇਹ ਬੱਸ, ਉੱਥੇ ਇੱਕ ਬੰਦੇ ਖੜੇ ਨੇ ਉਹਨਾਂ ਦੇ, ਤੇ ਟਿਕਟ ਉਹ ਏਅਰਪੋਰਟ 'ਚ ਉਹਨਾਂ ਨੇ ਆਪਦਾ ਕਮਰਾ ਲਿਆ ਹੋਇਆ, ਉੱਥੇ ਲੋਕ ਬੁੱਕ ਕਰਾ ਲੈਂਦੇ ਨੇ, ਤੇ ਬੱਸ ਆਉਂਦੀ ਹੈ ਤੇ ਭੱਜ ਕੇ ਸਵਾਰੀਆਂ ਚੜ੍ਹ ਜਾਂਦੀਆਂ ਨੇ, ਚਲੇ ਜਾਂਦੇ। ਕੋਈ ਬੱਸ ਅੱਡਾ ਨਹੀਂ ਉੱਥੇ। ਜਿਵੇਂ ਇੰਡੋ ਕੈਨੇਡੀਅਨ ਕਰ ਰਹੀ ਹੈ ਉਵੇਂ ਇਹ ਕਿਉਂ ਨਹੀਂ ਕਰ ਸਕਦੇ? ਕਾਨੂੰਨ ਦੇ ਮੁਤਾਬਕ ਬਿਲਕੁਲ ਠੀਕ ਹੈ। ਫਿਰ ਕਾਨੂੰਨ ਦੋਨਾਂ ਲਈ ਅਲੱਗ-ਅਲੱਗ ਕਿਉਂ ਬਈ? ਜੇ ਤਾਂ ਇੰਡੋ ਕੈਨੇਡੀਅਨ ਨੇ ਜੇ ਬੱਸ ਤੋਂ ਹੀ ਆਉਣਾ ਹੈ, ਬੱਸ ਅੱਡੇ ਤੋਂ ਬੰਦੇ ਨੇ ਦੁਬਾਰਾ ਟੈਚੀ ਚੱਕ ਕੇ ਆਉਣਾ, ਫਿਰ ਕਿਉਂ? ਬੰਦਾ ਫਿਰ ਸਿੱਧਾ ਕਰਕੇ ਤਾਂ ਹੀ ਤਾਂ ਆਉਂਦੇ ਨੇ। ਫਿਰ ਇਹਨਾਂ ਦੀ ਬੱਸ ਥੋੜੀ ਆਉ। ਜਿਹੜੀ ਬੱਸ ਬਿਲਕੁਲ ਏਅਰਪੋਰਟ ਤੇ ਆ ਕੇ ਲਾ ਦਿੰਦੀ ਹੈ ਉਹ ਇੰਡੋ ਕੈਨੇਡੀਅਨ ਹੈ। ਔਰ ਇੰਡੋ ਕੈਨੇਡੀਅਨ ਨੇ ਕਿਵੇਂ ਲਿਆ? ਏਅਰਪੋਰਟ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ, ਉੱਥੇ ਬੁਕਿੰਗ ਹੁੰਦੀ ਹੈ। ਤੋਂ ਇਸ ਕਰਕੇ ਜੇ ਤਾਂ ਇਹ ਇੱਕ ਬਹਾਨੇਬਾਜ਼ੀ ਜ਼ਰੂਰ ਨਾਲ, ਤਰਕ ਦੇ ਨਾਲ, ਕਈ ਵਾਰੀ ਕਾਨੂੰਨ ਦੇ ਨਾਲ ਬਹਾਨੇਬਾਜ਼ੀ ਹੁੰਦੀ ਹੈ, ਪਰ ਹੈ ਇਹ। ਜਾਂ ਉਹ ਕਹੋ ਵੀ ਉਹ ਕਿਵੇਂ ਕਰਦੇ ਨੇ, ਇੰਨੇ ਸਾਲਾਂ ਤੋਂ ਵੀ ਤਾਂ ਲੱਗੇ ਨੇ, ਉੱਥੇ ਕਿਹੜਾ ਬੱਸ ਸਟੈਂਡ ਬਣਨਾ। ਤੋਂ ਇਹ ਗੱਲ ਇੱਕ ਗੱਲ ਜੋੜਦੇ ਆ ਕਿ ਉਹ ਕਹਿ ਰਹੇ ਨੇ ਕਿ ਏਅਰਪੋਰਟ ਦੇ ਉੱਤੇ ਉੱਥੇ ਜਿਹੜਾ ਇੱਕ ਅੱਡਾ ਹੋਣਾ ਚਾਹੀਦਾ। ਮਤਲਬ ਕਿ ਅੱਡਾ ਆਪਾਂ ਉਹਨੂੰ ਸਮਝੀਏ ਜਿਵੇਂ ਉਹਨਾਂ ਨੇ ਬਣਾਇਆ ਕਿ ਆਪਣਾ ਇੱਕ ਕਮਰਾ ਲੈ ਕੇ ਬੁੱਕ ਕੀਤਾ, ਏਦਾਂ ਹੀ ਪੰਜਾਬ ਰੋਡਵੇਜ਼ ਵਾਲੇ ਕਰ ਲੈਣ, ਇਹ ਵੀ ਹੋ ਸਕਦਾ। ਨਹੀਂ, ਅੱਡੇ ਦਾ ਮਤਲਬ ਇਹ ਨਹੀਂ ਹੋਊਗਾ। ਅੱਡੇ ਦਾ ਮਤਲਬ ਕਿ ਬੱਸਾਂ ਖੜਨੀਆਂ ਕਿੱਥੇ ਨੇ ਜਾ ਕੇ? ਉੱਥੇ ਤਾਂ ਖੜਨੀ ਨਹੀਂ ਬੱਸ, ਨਾ ਉਹਨਾਂ ਦੀ ਖੜਦੀ ਹੈ। ਉਹ ਤਾਂ ਟਾਈਮ ਤੇ ਆਉਂਦੀ ਹੈ, ਸਵਾਰੀ ਲਾਉਂਦੀ ਹੈ ਤੇ ਸਵਾਰੀ ਚੱਕਦੀ ਹੈ ਉੱਥੇ। ਨਾ ਅੱਡਾ ਉਹਨਾਂ ਦਾ, ਨਾ ਅੱਡਾ ਇਹਨਾਂ ਦਾ ਹੋਣਾ ਚਾਹੀਦਾ। ਬਿਲਕੁਲ। ਤਾਂ ਜੇ ਲੋਕਾਂ ਦੀ ਸਹੂਲਤ ਲਈ ਕੋਈ ਗੱਲ ਕਰਨੀ ਹੈ, ਜਿਵੇਂ ਪ੍ਰਾਈਵੇਟ ਕਰਦੇ ਨੇ ਉਵੇਂ ਹੀ ਸਰਕਾਰ ਨੂੰ ਕਰਨਾ ਚਾਹੀਦਾ। ਜਾਓ ਬੱਸ ਨੂੰ ਉਤਾਰੋ ਤੇ ਵੱਧ ਤੋਂ ਵੱਧ 5 ਮਿੰਟ ਦੀ ਖੇਡ ਹੈ, 5 ਮਿੰਟ ਬਾਅਦ ਉਹ ਬਿਲਕੁਲ ਉਹਨਾਂ ਵਾਂਗ ਜਿਵੇਂ ਪਹਿਲਾਂ ਚੱਲ ਰਿਹਾ। ਤੇ ਜੇ ਅੱਡਾ ਉੱਥੇ ਬਣਨ ਦੀ ਕੋਈ ਸਕੋਪ ਹੀ ਨਹੀਂ ਹੈ, ਅੱਡਾ ਕਿੱਥੇ ਬੱਸਾਂ ਖੜਾਓਗੇ ਤੁਸੀਂ? ਇਹ ਪੋਸੀਬਲ ਨਹੀਂ, ਇਹ ਤਾਂ ਰੋਕਣ ਵਾਲੀ ਗੱਲ ਹੈ। ਬਿਲਕੁਲ, ਇਹ ਤਾਂ ਹੁਣ ਪਤਾ ਲੱਗੂਗਾ ਕਿ ਸਰਕਾਰ ਕੀ ਸੋਚਦੀ ਹੈ ਇਹਦੇ ਬਾਰੇ। ਆਪਾਂ ਕਾਂਗਰਸ ਵਾਲੀ ਗੱਲ ਤੇ ਆਈਏ ਜੀ। ਕਾਂਗਰਸ ਦਾ ਜਿਹੜਾ ਰੌਲਾ ਰੱਪਾ, ਉਹ ਮੈਨੂੰ ਲੱਗਦਾ ਕਿ ਜਦੋਂ ਦਾ ਨਵਜੋਤ ਸਿੱਧੂ ਹੋਣੀ ਪਾਰਟੀ ਦੇ ਨਾਲ ਵੱਖੋ ਵੱਖਰੀਆਂ ਸੁਰਾਂ ਰੱਖਦੇ ਨੇ, ਉਦੋਂ ਦਾ ਹੀ ਇਹ ਸ਼ਬਦ ਪੱਕਾ ਹੀ ਹੋ ਗਿਆ ਕਿ ਕਾਂਗਰਸ ਦਾ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈਂਦਾ। ਹੁਣ ਅੱਗੋਂ ਬੜਾ ਕੁਝ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਨਵਜੋਤ ਸਿੱਧੂ ਕਿਸੇ ਪਾਸੇ ਤੁਰ ਪੈਣ, ਭਾਵੇਂ ਉਹ ਕਾਂਗਰਸ 'ਚ ਬਣੇ ਹੋਏ ਨੇ, ਪਰ ਪਾਰਟੀ ਵੀ ਉੱਪਰ ਅੱਕੀ ਬੈਠੀ ਹੈ। ਜੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਤਾਂ ਕੁਝ ਨਾ ਕੁਝ ਦੇਖਿਆ ਹੀ ਹੋਣਾ ਉਹਨਾਂ ਨੇ। ਜੇ ਹੁਣ ਸੁਨੀਲ ਜਾਖੜ ਛੱਡਦੇ ਨੇ ਤਾਂ ਪਾਰਟੀ ਨੇ ਵੀ ਕੁਝ ਨਾ ਕੁਝ ਸੋਚਿਆ ਹੋਣਾ ਅੱਗੋਂ ਦਾ ਪਲਾਨ। ਦੇਖੋ, 450 ਬੰਦੇ ਬੁਲਾਏ ਨੇ, ਜਿਹੜਾ ਉਦੈਪੁਰ 'ਚ ਉਹਦੇ ਹੋਣ ਦੀ ਤਿਆਰੀ ਹੋ ਰਹੀ ਹੈ ਕਿ ਕਾਂਗਰਸ ਨੂੰ ਮੁੜ ਉਹਦੇ ਕਰਨਾ। ਉਹਦਾ ਸੂਰਜ ਜਿਹੜਾ ਦੁਬਾਰਾ ਚੜੇ, ਉਦੈਪੁਰ 'ਚ ਚਿੰਤਨ ਸ਼ਿਵਰ ਹੋ ਰਿਹਾ ਹੈ। ਚਿੰਤਨ ਸ਼ਿਵਰ ਦੇ 450 ਦੇ ਵਿੱਚ
ਕਿਸੇ ਟਾਈਮ ਇਸ ਤਰ੍ਹਾਂ ਦੇ ਸ਼ਿਵਰ ਦੇ ਵਿੱਚ ਸਭ ਨੇ ਸੁਣਿਆ ਕਿ ਨਵਜੋਤ ਸਿੰਘ ਸਿੱਧੂ ਉੱਥੇ ਗਰਜ ਰਿਹਾ ਸੀ। ਪੁਰਾਣੇ ਸ਼ੇਰ ਜਿਹੜੇ ਕਿਸੇ ਟਾਈਮ ਮੋਦੀ ਦੇ ਹੱਕ 'ਚ ਸੀ, ਉਹੀ ਸੋਨੀਆ ਗਾਂਧੀ ਤੇ ਉਹੀ ਮਨਮੋਹਨ ਸਿੰਘ ਨੂੰ ਅਸਰਦਾਰ ਸਰਦਾਰ ਕਹਿ ਰਿਹਾ ਸੀ, ਤੇ ਸੋਨੀਆ ਬੈਠੀ ਹੱਸ ਰਹੀ ਸੀ। ਇਹ ਆਪਾਂ ਦੇਖਿਆ ਤੇ ਸੁਣਿਆ। ਪਰ ਇਸ ਵਾਰ ਨਾ ਨਵਜੋਤ ਸਿੰਘ ਸਿੱਧੂ ਉੱਥੇ ਹੈ ਤੇ ਨਾ ਹੀ ਉੱਥੇ ਰਾਜਾ ਵੜਿੰਗ ਹੈ। ਤੇ 450 ਚ ਜੇ ਕੋਈ ਹੈ ਪੰਜਾਬ ਦਾ, ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਤੇ ਉਹ ਦੂਸਰਾ ਜਿਹੜਾ ਤੀਸਰਾ ਬੰਦਾ ਸੁਖਜਿੰਦਰ ਰੰਧਾਵਾ। ਤੇ ਚੰਨੀ ਤੇ ਸਿੱਧੂ ਉੱਥੇ ਨਹੀਂ, ਬਾਕੀ ਹੈਗੇ ਨੇ ਤਿੰਨੇ ਉੱਥੇ। ਸੋ ਇਹਦਾ ਮਤਲਬ ਸਿੱਧੂ ਤਾਂ ਹੁਣ ਪਿਕਚਰ ਚੋਂ ਗਾਇਬ ਹੈ। ਸਿੱਧੂ ਸੋਚ ਰਿਹਾ, ਉਡੀਕ ਰਿਹਾ, ਕੱਢੋ ਮੈਨੂੰ, ਕਦੋਂ ਕੱਢਦੇ ਹੋ। ਤੇ ਦੂਜੇ ਪਾਸੇ ਜਿਹਨੂੰ ਕੱਢਿਆ ਗਿਆ ਜਾਂ ਜਿਹਨੇ ਛੜਤੀ, ਸੁਨੀਲ ਜਾਖੜ, ਉਹਦੇ ਹੱਕ 'ਚ ਹਾਦਾ ਨਾਰਾ ਮਾਰ ਰਿਹਾ ਕਿ ਇਹ ਤਾਂ ਸੋਨਾ ਹੈ, ਇਹ ਤਾਂ ਮੇਰਾ 22 ਕੈਰਟ ਗੋਲਡ ਹੈ, ਇਹਨੂੰ ਕਿਉਂ ਕੱਢਿਆ। ਤੇ ਭਾਈ ਇਹ ਉਹੀ ਬੰਦਾ ਹੈ ਜਿਹਨੂੰ ਤੂੰ ਉਤਾਰ ਕੇ ਗਿਆ ਸੀ। ਤੇ ਕੱਲ ਸਭ ਨੇ ਸੁਣਿਆ ਜੋ ਸੁਨੀਲ ਜਾਖੜ ਦਾ ਦਰਦ ਛਲਕਿਆ, ਤੇ ਸੁਨੀਲ ਜਾਖੜ ਦਿਲੋਂ ਬੋਲਿਆ। ਔਰ ਸੁਨੀਲ ਜਾਖੜ ਨੇ ਜਿਸ ਤਰੀਕੇ ਨਾਲ ਅੰਬਿਕਾ ਸੋਨੀ ਜਿਹਨੂੰ ਉਹਦੇ ਮੁਤਾਬਕ ਵੀ ਚਾਪਲੂਸ ਨਾਲ ਘਿਰੀ ਹੋਈ ਸੋਨੀਆ ਗਾਂਧੀ, ਉਹਦੇ ਤੇ ਨਿਸ਼ਾਨੇ ਲਾਏ ਨੇ, ਬਹੁਤ ਗੱਲਾਂ ਕੀਤੀਆਂ ਨੇ। ਕਹਿੰਦੇ ਚਿੰਤਨ ਨਾ ਕਰੋ, ਚਿੰਤਾ ਕਰੋ, ਕਾਂਗਰਸ ਜਾ ਰਹੀ ਹੈ, ਤੁਸੀਂ ਕਹਿੰਦਾ ਕਾਂਗਰਸ ਨੂੰ ਬਣਾਉਣ ਦੀਆਂ ਗੱਲਾਂ ਕਰਦੇ ਹੋ। ਤੇ ਕੱਲ ਤਾਂ ਸ਼ਹਿਰੋ ਸ਼ਹਿਰੀ ਦਾ ਬੜਾ ਸਹਾਰਾ ਲਿਆ ਸੁਨੀਲ ਜਾਖੜ ਸਾਹਿਬ ਨੇ। कहते तुसी घर को सजाने का तसव्वुर तो है बहुत, घर को सजाने का तसव्वुर तो है बहुत, पहले ये बताएं कि घर को बचाएं कैसे। पहले तो ये दसो घर नूं बचाइए किवें, कांग्रेस नूं बचाओ, किवें बचू कांग्रेस। तुसीं इत्थे तां चीयर लीडर्स ने, कोई सच नहीं बोलता। तो इहो जिहियां गल्लां करके, क्योंकि बहुत गल्लां आपां सुनील जाखड़ बारे कर लईआं भी की किहा ਉਹਨੇ, ਕਿਵੇਂ ਉਹਨੇ ਅੰਬਿਕਾ ਸੋਨੀ ਤੇ ਨਿਸ਼ਾਨੇ ਲਾਏ, ਕਿਉਂਕਿ ਦੁੱਖ ਬੜਾ ਸੀ। ਪਹਿਲਾਂ ਤਾਂ ਦੁੱਖ ਇਹ ਸੀ ਕਿ ਮੈਨੂੰ ਕਿਵੇਂ ਉਤਾਰ ਕੇ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ, ਮੇਰਾ ਕਸੂਰ ਕੀ ਸੀ। ਚਲੋ ਬਣਾ ਲਿਆ, ਉਹਨੇ ਸਹਿ ਲਿਆ। ਫਿਰ ਸਭ ਤੋਂ ਵੱਡਾ ਦੁੱਖ ਤਾਂ ਉਹੀ ਹੋਇਆ ਨਾ ਕਿ ਸਰਕਾਰ, ਅਮਰਿੰਦਰ ਦੀ ਸਰਕਾਰ ਤੋੜਤੀ, ਅਮਰਿੰਦਰ ਨੂੰ ਲਾਤਾ, ਨਵਾਂ ਮੁੱਖ ਮੰਤਰੀ ਬਣਾਉਣ ਲਈ ਵੋਟਾਂ ਪਵਾ ਲਈਆਂ। ਵੋਟਾਂ 42 ਪਈਆਂ ਸਭ ਤੋਂ ਜ਼ਿਆਦਾ ਸੁਨੀਲ ਜਾਖੜ ਦੇ ਹੱਕ 'ਚ, 16 ਪਈਆਂ ਸੁਖਜਿੰਦਰ ਰੰਧਾਵੇ ਦੇ ਹੱਕ 'ਚ, 2 ਪਈਆਂ ਚੰਨੀ ਨੂੰ ਬਣਾਤਾ। ਇਹਨੂੰ ਇਸ ਕਰਕੇ ਕਹਿੰਦੇ ਜੀ ਅੰਬਿਕਾ ਸੋਨੀ ਕਹਿੰਦੀ ਹੈ ਇੱਥੇ ਹਿੰਦੂ ਨਹੀਂ ਬਣਾਉਣਾ। ਸਭ ਤੋਂ ਵੱਡਾ ਦੁੱਖ ਨੂੰ ਇਹ ਸੀ, ਤੇ ਹੈ ਵੀ ਸਹੀ ਦੁੱਖ ਸੀ। ਕਿਤੇ ਨਹੀਂ ਲਿਖਿਆ ਕਿ ਹਿੰਦੂ ਨੂੰ ਨਹੀਂ ਬਣਾਉਣਾ, ਤੇ ਇੱਥੇ ਹਿੰਦੂ ਰਹੇ ਨੇ, ਭਗਤ ਸਾਹਿਬ ਰਹੇ ਨੇ, ਕਾਮਰੇਡ ਰਾਮ ਕ੍ਰਿਸ਼ਨ ਰਹੇ ਨੇ, ਐਸੀ ਕੋਈ ਗੱਲ ਨਹੀਂ ਹੈ। ਤੇ ਨਾਲੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੇ ਜਿੱਦਾਂ ਰੌਲਾ ਪੈ ਰਿਹਾ, ਇਸ ਤਰ੍ਹਾਂ ਦੀ ਕੋਈ ਕਹਾਣੀ ਨਹੀਂ ਰਹੀ ਕਦੇ। ਚਲੋ ਜੋ ਕੁਝ ਹੋਇਆ ਉਸ ਕਰਕੇ ਸੁਨੀਲ ਜਾਖੜ ਦਾ ਗੁੱਡ ਬਾਏ ਗੁੱਡ ਲੱਕ ਕਹਿ ਕੇ ਚਲੇ ਗਏ। ਨਵਜੋਤ ਸਿੰਘ ਸਿੱਧੂ ਤਿਆਰ ਬੈਠਾ, ਲੇਕਿਨ ਜਿਹੜਾ ਕੁਝ ਅੱਗੇ ਚੱਲ ਰਿਹਾ ਨਾ, ਜਿਹਨੂੰ ਇਹ ਚਿੰਤਨ ਕਹਿੰਦੇ ਨੇ, ਉਹ ਆਪਣੇ ਆਪ 'ਚ ਉੱਥੇ ਜੋ ਕੁਝ ਹੋ ਰਿਹਾ ਉਹ ਵੀ ਕੋਈ ਜ਼ਿਆਦਾ ਸਹੀ ਗੱਲ ਹੈ, ਚਿੰਤਨ ਨਹੀਂ। ਬਿਲਕੁਲ ਉਸੇ ਕਿਸਮ ਦਾ ਮੰਥਨ ਹੈ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਇੱਕ ਕਮੇਟੀ ਬਣਾਈ ਸੀ ਕਿ ਹਾਰ ਦੇ ਕਾਰਨਾਂ ਦਾ ਮੰਥਨ ਕਰੋ। ਮੈਂ ਕਿਹਾ ਸੀ ਕਿ ਹਾਰ ਦੇ ਕਾਰਨ ਤਾਂ ਕੰਧ ਤੇ ਲਿਖੇ ਹੋਏ ਨੇ, ਅਕਾਲੀ ਕਿਉਂ ਹਾਰੇ। ਬਿਲਕੁਲ ਉਸੇ ਤਰੀਕੇ ਨਾਲ ਕਾਂਗਰਸ ਦਾ ਪਤਾ ਹੈ ਕਿ ਕਾਂਗਰਸ ਕਿਉਂ ਹਾਰ ਰਹੀ ਹੈ। ਯੂਪੀ ਵਰਗਾ ਵੱਡੀ, ਸਭ ਤੋਂ ਵੱਡੀ ਸਟੇਟ ਦੇ ਵਿੱਚ ਕਾਂਗਰਸ ਦਾ ਹਾਲ ਕੀ ਹੈ ਜੀ। ਜਿੱਥੇ ਮਾੜਾ ਮੋਟਾ ਸੀ ਪੰਜਾਬ 'ਚ ਹੋ ਵੀ ਗਿਆ ਕੰਮ, ਲੇਕਿਨ ਤੁਸੀਂ ਦੇਖ ਲਓ ਵੱਡੇ ਵੱਡੇ ਸਟੇਟ 'ਚ ਕਾਂਗਰਸ ਕਿੱਥੇ ਖੜੀ ਹੈ। ਤੇ ਫਿਰ ਪ੍ਰਿੰਸੀਪਲ ਯਾਦ ਆਉਂਦਾ ਜਦੋਂ ਕਹਿੰਦੇ ਘਰ ਦੀ ਕਾਂਗਰਸ ਹੈ ਜੀ। ਬਿਲਕੁਲ ਘਰ ਦੀ ਕਾਂਗਰਸ ਹੈ, ਤੇ ਹੁਣ ਵੀ ਘਰ ਦੀ ਕਾਂਗਰਸ ਦਾ ਹਾਲ ਉਹੀ ਹੈ ਕਿ ਜੀ ਉਹਨੂੰ ਬਣਾਇਆ ਜਾ ਰਿਹਾ ਹੈ ਰਾਹੁਲ ਗਾਂਧੀ ਨੂੰ ਪ੍ਰਧਾਨ। ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਇਹ ਚਿੰਤਨ ਸ਼ਿਵਰ ਹੈ, ਬਸ ਐਂ ਕਹਿ ਲਈਏ। ਉਹਦੀ ਤਿਆਰੀ ਹੋ ਰਹੀ ਹੈ ਸਾਹਿਬਜ਼ਾਦੇ ਨੂੰ ਜਿਹੜੇ ਪ੍ਰਧਾਨ ਬਣਾਉਣਾ। ਤੇ ਮੈਂ ਤਾਂ ਇਹ ਦੇਖ ਰਿਹਾ ਸੀ ਕਿ ਜੀ ਦੇਖੋ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਅਸੀਂ ਮਹਾਭਾਰਤ ਨੂੰ ਇਹ ਮੰਨਦੇ ਹਾਂ ਆਪਦਾ ਆਈਡੀਅਲ। ਉਹਦੇ 'ਚ ਗੀਤਾ ਪਾਰਟ ਹੈ ਜਿਹੜਾ
ਲੋਕਾਂ ਨੂੰ ਸੁਨੇਹੇ ਦਿੰਦਾ ਵੱਡੇ ਵੱਡੇ। ਤੇ ਗੀਤਾ ਦੇ ਵਿੱਚ ਤੇ ਮਹਾਭਾਰਤ ਦੇ ਵਿੱਚ ਜੇ ਉਹਦੀ ਸਟੋਰੀ ਦੇਖੀਏ ਤੇ ਦੁਰਯੋਧਨ ਜੋ ਹੈ ਉਹ ਉਹਦਾ ਪਿਤਾ ਧ੍ਰਿਤਰਾਸ਼ਟਰ ਬਲਾਈਂਡ ਹੈ, ਅੱਖਾਂ ਤੋਂ ਦਿਖਦਾ ਨਹੀਂ ਉਹਨੂੰ। ਸਿੰਪਲ ਗੱਲ ਹੈ, ਇਹਦਾ ਸੁਨੇਹਾ ਇਹ ਹੈ ਕਿ ਜਿਹੜਾ ਬੰਦਾ ਪੁੱਤਰ ਮੋਹ ਚ ਆ ਜਾਂਦਾ ਹੈ ਉਹਨੂੰ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ ਕੀ ਠੀਕ ਹੈ ਤੇ ਕੀ ਗਲਤ ਹੈ। ਉਹਨੂੰ ਤਾਂ ਆਪਣੀ ਨੂੰਹ ਦ੍ਰੋਪਦੀ ਵਰਗੇ ਉਹਦਾ ਚੀਰਹਰਨ ਵੀ ਨਹੀਂ ਦਿਖਾਈ ਦਿੰਦਾ। ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ, ਜਿੰਨੇ ਮਰਜ਼ੀ ਨਜਾਇਜ਼ ਕੰਮ ਹੁੰਦੇ ਰਹਿਣ। ਤੇ ਇਹ ਤਾਂ ਇੰਡੀਆ ਸੀ, ਪਰ ਹੈਰਾਨੀ ਦੀ ਗੱਲ ਹੈ ਮਾਂ ਤਾਂ ਮਾਂ ਹੁੰਦੀ ਹੈ, ਮਾਂ ਤਾਂ ਮਾਂ ਹੁੰਦੀ ਹੈ, ਭਾਵੇਂ ਇਟਲੀ ਦੀ ਹੋਵੇ। ਤੇ ਇਟਲੀ ਵਾਲੀ ਮਾਂ ਨੇ ਪਿਛਲੇ 15-20 ਸਾਲ ਤੋਂ ਮੁੰਡੇ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਕਿ ਇਹਨੂੰ ਆਪਾਂ ਬਣਾ ਦਈਏ ਕੁਛ। ਹੁਣ ਮੁੰਡੇ 'ਚ ਕਿੰਨੀ ਕੁ ਕਪੈਸਿਟੀ ਹੈ ਤੁਸੀਂ ਉਹ ਦੇਖਿਆ। ਮੁੰਡਾ ਜਦੋਂ ਅੱਖ ਮਾਰਦਾ ਲੋਕ ਸਭਾ 'ਚ, ਲੋਕ ਹੈਰਾਨ ਹੁੰਦੇ ਵੀ ਇਹ ਕਿਹੋ ਜਿਹੀ ਕਹਾਣੀ ਹੈ। ਮੁੰਡਾ ਜਦੋਂ ਜਾ ਕੇ ਭਾਸ਼ਣ ਦੇ ਕੇ ਮੋਦੀ ਦੇ ਗੱਲ ਪੈਂਦਾ, ਉਹ ਤਾਂ ਕਹਿੰਦਾ ਮੈਂ ਜੱਫੀ ਪਾਉਣਾ, ਤੇ ਮੋਦੀ ਨੇ ਉਦੋਂ ਮੋਦੀ ਵਰਗਾ ਬੰਦਾ ਫਿਰ ਉਹਦੇ ਪੱਚਰੇ ਉਡਾ ਦਿੰਦਾ ਉੱਥੇ। ਤਾਂ ਇਹ ਸਾਰੀਆਂ ਗੱਲਾਂ 'ਚ ਉਹ ਬੰਦੇ ਨੂੰ ਤੁਸੀਂ ਤਿਆਰ ਕਰ ਲਿਓ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਦੀ ਹੱਥ 'ਚ ਅਗਵਾਈ, ਉਹ ਵੀ 50% ਨਵੇਂ ਬੰਦੇ ਦੇ ਕੇ। ਤੇ ਫਿਰ ਸ਼ਿਵਰ 'ਚ ਇਹ ਵੀ ਚੱਲ ਰਿਹਾ ਕਿ ਜੀ ਆਪਾਂ ਹੁਣ ਜਿਹੜਾ ਹੈ ਇਹਨੂੰ ਬਣਾ ਕੇ ਕਾਂਗਰਸ ਜਿੱਤੂਗੀ। ਉਹ ਜਿੱਤਣ ਲਈ ਭਾਈ ਟਵੀਟ ਨਹੀਂ, ਸੋਸ਼ਲ ਮੀਡੀਆ ਤੇ ਲੜਾਈ ਨਾਲ ਜਿਹੜਾ ਲੜਾਈ ਨਹੀਂ ਜਿੱਤੀ ਜਾਂਦੀ ਸਿਆਸਤ। ਸੋਸ਼ਲ ਮੀਡੀਆ ਇੱਕ ਹਥਿਆਰ ਹੋ ਸਕਦਾ, ਟਵੀਟ ਕਰਕੇ ਲੜਾਈ ਨਹੀਂ ਜਿੱਤ ਸਕਦੇ। ਇੱਥੇ ਟਵੀਟ ਤੋਂ ਬਿਨਾਂ ਕੁਝ ਹੋ ਹੀ ਰਿਹਾ। ਇੱਥੇ ਤਾਂ ਜੋ ਕੁਝ ਹੁੰਦਾ ਟਵੀਟ, ਉਹ ਭਾਈ ਟਵੀਟ ਨਾਲ ਥੋੜੀ ਹੈ। ਜਦੋਂ ਤੁਹਾਡੇ ਜਹਾਂਗੀਰਪੁਰੀ 'ਚ ਬਲਡੋਜ਼ਰ ਚੱਲਦੇ ਸੀ ਉਦੋਂ ਤੁਸੀਂ ਟਵੀਟ ਕਰ ਰਹੇ ਸੀ। ਜੇ ਤੁਸੀਂ ਵੋਟਾਂ ਲੈਣੀਆਂ ਨਾ ਮੁਸਲਮਾਨਾਂ ਦੇ ਖੜ ਜਾਂਦੇ ਸਾਹਮਣੇ ਅੱਗੇ ਜਾ ਕੇ, ਜਿਵੇਂ ਸਾਹਨਬਾਗ 'ਚ ਖੜੇ ਨੇ ਕੁਝ ਬੰਦੇ ਜਾ ਕੇ, ਜਾਂ ਜਿਵੇਂ ਵਰਿੰਦਾਕਾਰ ਤੋਂ ਉੱਥੇ ਜਾ ਕੇ ਖੜ ਗਈ, ਤੁਹਾਡਾ ਤਾਂ ਕੋਈ ਬੰਦਾ ਹੀ ਨਹੀਂ ਗਿਆ। ਇਹ ਜਿਹੜੀ ਲੜਾਈ ਹੈ ਇਹ ਤਾਂ ਗਰਾਊਂਡ ਤੇ ਲੜਨੀ ਪੈਂਦੀ ਹੁੰਦੀ ਹੈ, ਤੇ ਗਰਾਊਂਡ ਤੇ ਲੜਨ ਲਈ ਕੋਈ ਤਿਆਰ ਨਹੀਂ, ਗਰਮੀ ਬਹੁਤ ਹੈ। ਇਹ ਤਾਂ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਇਟਲੀ ਚਲੇ ਜਾਂਦੇ ਨੇ, ਨਾਨਕੇ ਚਲੇ ਜਾਂਦੇ ਨੇ। ਇਹਨਾਂ ਦਾ ਇਹੀ ਨਹੀਂ ਪਤਾ ਲੱਗਦਾ ਭੈਣ ਭਰਾ ਕਦੋਂ ਸ਼ਿਮਲੇ ਆ ਜਾਂਦੇ ਨੇ, ਜਿਹੜੀ ਕੋਠੀ ਬਣਾਈ ਹੈ ਉਹ 'ਚ ਛੁੱਟੀਆਂ ਕੱਟਣ। ਜਿਹੜੀ ਸਿਆਸਤ ਹੈ ਛੁੱਟੀਆਂ ਕੱਟਣ ਵਾਲੀ ਨਹੀਂ ਹੁੰਦੀ। ਸਿਆਸਤ ਸੱਚਮੁੱਚ ਹੀ ਬਹੁਤ ਔਖਾ ਕੰਮ ਹੈ। ਸਿਆਸਤ 'ਚ ਆਰਾਮ ਨਹੀਂ ਹੁੰਦਾ। ਦੋ ਕੰਮ ਮੈਂ ਬਹੁਤ ਵਾਰ ਕਿਹਾ, ਸਿਆਸਤ ਤੇ ਸੰਤਗਿਰੀ ਬਹੁਤ ਔਖਾ ਕੰਮ ਹੈ। ਤੇ ਇਹ ਮੈਂ ਕਿਵੇਂ ਮੰਨ ਲਾਂ ਕਿ ਜਿਹੜੀ ਇਹ ਇਹਨਾਂ ਦੀ ਸ਼ਿਵਰ ਦੇ ਵਿੱਚ ਬਹੁਤ ਵਧੀਆ ਮੰਥਨ ਹੋਊਗਾ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ, ਇਹ ਤਾਂ ਹੁਣ ਉਹ ਵੀ ਚਾਹੁਣ ਲੱਗ ਗਏ। ਗਡਕਰੀ ਸਾਹਿਬ ਦੀ ਵੀ ਸਟੇਟਮੈਂਟ ਸੀ ਕਿ ਕਾਂਗਰਸ ਪਾਰਟੀ ਜਿਉਂਦੀ ਰਹੇ, ਕਾਂਗਰਸ ਪਾਰਟੀ 'ਚ ਕੁਝ ਜਾਣ ਪਵੇ। ਅਸੀਂ ਤਾਂ ਇਸ ਕਰਕੇ ਚਾਹੁੰਦੇ ਹਾਂ ਕਿ ਲੋਕਤੰਤਰ ਦੇ ਵਿੱਚ ਜੇ ਕੋਈ ਵੱਡਾ ਤੇ ਵਧੀਆ ਜਿਹੜਾ ਵਿਰੋਧੀ ਧਿਰ ਹੋਊਗੀ ਤਾਂ ਹੀ ਵਧੀਆ ਲੋਕਤੰਤਰ ਹੈ। ਨਹੀਂ ਤਾਂ ਮੋਦੀ ਸਾਹਿਬ ਜੋ ਮਰਜ਼ੀ ਕਰੀ ਜਾਣ, ਬਾਅਦ 'ਚ ਕਿਹਨੇ ਪੁੱਛਣਾ। ਨੋਟਬੰਦੀ ਬਾਰੇ ਕੋਈ ਬੋਲਦਾ ਹੈ? ਤੇ ਜਦੋਂ ਮਹਿੰਗਾਈ ਇੰਨੀ ਵੱਧ ਗਈ, ਹੁਣ ਨਾਲ ਦੀ ਨਾਲ ਗਿਆਨ ਵਾਪੀ ਜਿਹੜੀ ਹੈ ਆਪਾਂ ਮਸਜਿਦ ਕੱਢ ਲਈ। ਜੇ ਕੱਲ ਨੂੰ ਕੋਈ ਹੋਰ ਇਸ਼ੂ ਆ ਜਾਊਗਾ ਬੇਰੁਜ਼ਗਾਰੀ ਦਾ ਆਪਾਂ ਕੱਢ ਲਾਂਗੇ 22 ਕਮਰੇ ਤਾਜ ਮਹਿਲ ਦੇ। ਜੇ ਕੋਈ ਹੋਰ ਪ੍ਰੋਬਲਮ ਆ ਗਈ, ਜਿੱਦਾਂ ਇਲੈਕਸ਼ਨ ਆਊਗੀ, ਕਮਾਲ ਹੋ ਜੂ ਇਸ ਵਾਰ। ਜਿੱਦਾਂ ਇਲੈਕਸ਼ਨ ਹੋਈ ਉਦੋਂ ਰਾਮ ਮੰਦਿਰ ਦਾ ਇੱਕ ਹਿੱਸਾ ਬਣੂਗਾ, ਤੇ ਰਾਮ ਮੰਦਿਰ ਦੇ ਹਿੱਸੇ ਦਾ ਉਦਘਾਟਨ ਕਰਨ ਲਈ 10-15 ਦਿਨ ਗੋਦੀ ਮੀਡੀਆ ਪੂਰੀ ਤਰੀਕੇ ਨਾਲ ਲੱਗੂਗਾ ਤੇ ਵੋਟਾਂ ਵੀ ਮਿਲ ਜਾਣਗੀਆਂ। ਤੇ ਅਗਲੀ ਇਲੈਕਸ਼ਨ ਤੱਕ ਹੋਰ 2 ਮੰਦਿਰ ਬਣਾ ਦਾਂਗੇ। ਆਹੀ ਬਣਾ ਦੇਣਾ ਗਿਆਨ ਵਾਪੀ। ਇਹ ਵੀ ਤਾਂ ਹੁਣ ਸਰਵੇ ਹੋ ਰਿਹਾ, ਸਰਵੇ ਦੀ ਰਿਪੋਰਟ ਵੀ ਆਉਣੀ ਹੈ। ਤਾਂ ਇਸ ਕਰਕੇ ਐਡੀ ਵੱਡੀ ਜਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਸਟਰੋਂਗ ਪਾਰਟੀ ਨੂੰ ਉਹਦਾ ਵਿਰੋਧ ਕਰਨਾ, ਉਹਦਾ ਜਵਾਬ ਦੇਣਾ, ਉਹ ਰਾਹੁਲ ਗਾਂਧੀ ਦੇ ਹੱਥ 'ਚ ਨਹੀਂ ਹੈ। ਨਾਲ ਬੰਦੇ ਨਹੀਂ ਸਹੀ ਹੈਗੇ। ਸਹੀ ਬੰਦੇ ਕੀ ਜਿਹੜੇ ਆਲੇ ਦੁਆਲੇ ਬਿਲਕੁਲ ਸਰੀਰ ਜਾਖੜ ਕਹਿੰਦੇ ਨੇ, ਚਾਪਲੂਸ ਜ਼ਿਆਦਾ ਨੇ, ਸੱਚ ਕੋਈ ਬੋਲਦਾ ਨਹੀਂ। ਤੇ ਬੀਬੀ ਜਿਹੜੀ ਹੈ ਇਟਲੀ ਵਾਲੀ ਸੋਨੀਆ ਗਾਂਧੀ, ਉਹ ਆਪਣੇ ਆਪ 'ਚ ਉਹਨੂੰ ਜਿੰਨਾ ਕੁ ਪਤਾ ਹੈ ਬਸ ਉਨਾ ਕੀ ਪਤਾ ਹੈ। ਤੇ ਪਹਿਲਾਂ ਜਦੋਂ ਸਰਕਾਰਾਂ ਬਣੀਆਂ ਨਾ, ਉਹ ਐ ਨਹੀਂ ਬਣੀ ਸੀ। ਆਪਾਂ ਉਹ ਤਾਂ ਮਜਬੂਰੀ ਸੀ ਮਨਮੋਹਨ ਸਿੰਘ ਨੂੰ। ਮਨਮੋਹਨ ਸਿੰਘ ਹੁਣ ਬਜ਼ੁਰਗ ਹੋ ਗਿਆ, 2-3 ਵਾਰੀ ਆਪਰੇਸ਼ਨ ਹੋ ਚੁੱਕਿਆ,
ਨਾਲੇ ਰਾਹੁਲ ਗਾਂਧੀ ਵਰਗਾ ਤਾਂ ਮਨਮੋਹਨ ਸਿੰਘ ਨੂੰ ਕੀ ਸਮਝਦਾ? ਉਹ ਤਾਂ ਪ੍ਰੋਫੈਸਰ ਸਾਹਿਬ ਹੀ ਆਪਣੇ ਆਪ ਚ ਵੱਡਾ ਕੱਦ ਹੈ, ਬਹੁਤ ਕੁਝ ਸਹਿ ਲੈਂਦੇ ਨੇ, ਇਸ ਕਰਕੇ ਉਹ ਕੱਟ ਗਏ। ਹੁਣ ਉਹ ਬੰਦਾ ਨਹੀਂ ਜਿਹੜਾ ਇਹਨਾਂ ਨੂੰ ਇਕੱਠੇ ਰੱਖ ਸਕੇ। ਉਹ ਸੀ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ। ਅਸਲ ਦੇ ਵਿੱਚ ਸਰਕਾਰ ਸਰਜੀਤ ਕਰਕੇ ਬਣੀ ਸੀ, ਜੋ ਪਹਿਲੀ ਕੋਲੀਸ਼ਨ ਬਣੀ ਹੈ ਯੂਪੀਏ ਦੀ। ਤਾਂ ਹੁਣ ਸਰਜੀਤ ਵਰਗਾ ਕੋਈ ਬੰਦਾ ਨਹੀਂ, ਕਾਮਰੇਡ ਉਹਨੇ ਸਟਰੋਂਗ ਨਹੀਂ ਰਹੇ। ਸਾਰੇ ਹਾਲਾਤ ਦੇ ਵਿੱਚ ਇਹ ਹਾਲਾਤ ਜੇ ਸਾਜ਼ਗਾਰ ਨੇ, ਉਹ ਤਾਂ ਹੈਗੇ ਨੇ ਭਾਰਤੀ ਜਨਤਾ ਪਾਰਟੀ ਲਈ, NDA ਲਈ। ਤੇ ਹੁਣ ਇਹ ਸ਼ਿਵਰ ਦੇ ਵਿੱਚ ਕੰਮ ਚੱਲ ਰਿਹਾ ਹੈ। ਸੁਨੀਲ ਜਾਖੜ ਆਪਣੀ ਗੱਲ ਕਹਿ ਕੇ ਬਾਹਰ ਆ ਗਿਆ, ਕੀ ਕਰਨਾ ਵੱਖਰੀ ਗੱਲ ਹੈ, ਲੇਕਿਨ ਸੁਨੀਲ ਜਾਖੜ ਨੇ ਬਹੁਤ ਜਿਹੜੀਆਂ ਖਰੀਆਂ ਸੁਣਾਈਆਂ ਨੇ। ਤੇ ਇੱਕ ਬੰਦੇ ਦੀ ਮਾੜੀ ਮੋਟੀ ਤਾਰੀਫ ਕੀਤੀ, ਉਹਨੂੰ ਵੀ ਕਹੇ ਇਹਨੂੰ ਦੁਸ਼ਮਣ ਤੇ ਦੋਸਤਾਂ ਦੀ ਪਹਿਚਾਣ ਨਹੀਂ, ਉਹ ਹੈ ਰਾਹੁਲ ਗਾਂਧੀ। ਲੇਕਿਨ ਦੂਜੇ ਪਾਸੇ ਉਹਨੇ ਆਪਣੇ ਤੇ ਪੁਰਾਣੇ ਸਭ ਕੁਛ ਉਹਨੇ ਕਿਸੇ, ਹਾਲਾਂਕਿ ਉਹਦਾ ਵੀ ਕਹੇ ਜੀ ਬਹੁਤ ਕੁਛ ਦਿੱਤਾ, ਇਹਨੂੰ ਨਹੀਂ ਦਿੱਤਾ ਜੀ। ਪਾਰਟੀ ਲਈ ਕੰਮ ਕਰੋਗੇ ਪਾਰਟੀ ਦੇਊਗੀ। ਜਿਹੜੇ ਬੰਦੇ ਕਹਿੰਦੇ ਨੇ ਜੀ ਬਹੁਤ ਦਿੱਤਾ, ਲੇਕਿਨ ਜਿਸ ਤਰੀਕੇ ਨਾਲ ਬੇਆਬਰੂ ਕੀਤਾ ਉਹ ਵੀ ਆਪਣੇ ਵੱਡੀ ਗੱਲ ਹੈ। ਮੈਂ ਸਮਝਦਾ ਸੁਨੀਲ ਜਾਖੜ ਵਧੀਆ ਲੀਡਰਾਂ ਚੋਂ ਇੱਕ ਸੀ ਜਿਹਨੂੰ ਉਹਨਾਂ ਨੇ ਗਵਾ ਲਿਆ। ਮੈਂ ਅਖੀਰ ਦੇ ਵਿੱਚ ਆਖਰੀ ਖਬਰ ਪੁੱਛਾਂ ਤੇ ਸਮਾਂ ਸੀਮਤ ਹੈ ਉਸ ਹਿਸਾਬ ਦੇ ਨਾਲ, ਕਿ ਜਿਵੇਂ ਤੁਸੀਂ ਕਿਹਾ ਕਿ ਸਿਆਸਤ ਤੇ ਸੰਤਗਿਰੀ ਸੌਖਾ ਕੰਮ ਨਹੀਂ, ਪਰ ਅੱਜ ਜਿਸ ਤਰੀਕੇ ਨਾਲ ਇਹ ਇਕੱਠੇ ਰਲ ਮਿਲ ਕੇ ਚੱਲਦੇ ਨੇ, ਭਾਈਵਾਲੀਆਂ ਹੁੰਦੀਆਂ। ਮੰਤਰੀ ਸਾਹਿਬ ਜਿਹੜੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਬਿਆਨ ਦੇ ਉੱਤੇ ਮੈਂ ਆਉਣ ਲੱਗਿਆ ਕਿ ਉਹ ਕਹਿੰਦੇ ਕਿ ਜਿਹੜੇ ਧਾਰਮਿਕ ਡੇਰੇ ਨੇ ਨਜਾਇਜ਼ ਕਬਜ਼ੇ ਕਰੀ ਬੈਠੇ ਨੇ, ਜਿਵੇਂ ਕਈ ਥਾਵਾਂ ਤੇ ਕੁੰਡੀਆਂ ਵੀ ਫੜ ਲਈਆਂ ਤੇ ਹੁਣ ਨਜਾਇਜ਼ ਕਬਜ਼ਿਆਂ ਉੱਤੇ ਵੀ ਉਹਨਾਂ ਨੇ ਅੱਖ ਰੱਖ ਲਈ ਹੈ, ਤੇ ਇਹਨੂੰ ਕਿੱਦਾਂ ਦੇਖਿਆ ਜਾਏ? ਨਹੀਂ, ਮੈਂ ਤਾਂ ਦੇਖੋ ਸੁਖਵਿੰਦਰ ਕੁਲਦੀਪ ਸਿੰਘ ਧਾਲੀਵਾਲ ਨੂੰ ਹਾਲ ਦੀ ਘੜੀ ਭਗਵੰਤ ਮਾਨ ਦੇ ਸਾਰੇ ਵਜ਼ੀਰਾਂ ਚੋਂ, ਸਾਰੇ ਮੰਤਰੀਆਂ ਚੋਂ ਨੰਬਰ 1 ਤੇ ਮਿਹਨਤੀ ਮੰਨਦਾ ਤੇ ਪ੍ਰਸ਼ੰਸਾ ਕਰਦਾ ਕਿ ਉਹ ਆਪਣੇ ਕੰਮ 'ਚ ਲੱਗੇ ਹੋਏ ਨੇ। ਬਹੁਤ ਔਖਾ ਕੰਮ ਫੜਿਆ, ਬਹੁਤ ਔਖਾ ਕੰਮ। ਆ ਜਿਹੜੀਆਂ ਪੰਚਾਇਤ ਦੀਆਂ 1000-1500 ਏਕੜ ਜ਼ਮੀਨ ਛਡਾਉਣਾ ਨਹੀਂ ਕੋਈ ਜ਼ਿਆਦਾ ਵੱਡਾ ਕੰਮ ਤਾਂ ਹੁਣ ਉਦੋਂ ਪੈਣਾ ਜਦੋਂ ਇਹਨਾਂ ਨੇ ਦਾਅਵਾ ਕੀਤਾ 31 ਮਈ ਤੋਂ ਬਾਅਦ ਅਸੀਂ ਸਿਆਸਤਦਾਨ ਤੇ ਰਸੂਖਦਾਰ ਬੰਦਿਆਂ ਨੂੰ ਅਸੀਂ ਫੜਾਂਗੇ, ਉਹਨਾਂ ਤੋਂ ਕਬਜ਼ੇ ਛਡਾਵਾਂਗੇ, ਜਿਹੜਾ ਕੋਈ ਸੌਖਾ ਨਹੀਂ। ਇਕੱਲੇ ਮੋਹਾਲੀ ਦੇ ਛਡਾ ਲੈਣ, ਤੁਸੀਂ ਦੇਖੋ ਕਿੱਥੇ ਤੇ ਕਿੱਥੇ ਇਹਨਾਂ ਦਾ ਖਜ਼ਾਨਾ ਭਰ ਜਾਣਾ ਜੇ ਬੰਦਿਆਂ ਨੂੰ ਮੋਹਾਲੀ ਵਾਲਿਆਂ ਨੂੰ ਫੜ ਲੈਣ। ਮੋਹਾਲੀ ਦੇ ਵਿੱਚ ਮੈਂ ਆਪ ਦੇਖਿਆ ਜਾ ਕੇ ਵੱਡੇ ਜਿਹੜੇ ਅਫਸਰ IPS ਔਰ ਸਿਵਲ ਵਾਲੇ IAS, ਉਹਨਾਂ ਦੇ ਪਰਿਵਾਰ, ਸਹੁਰੇ ਪਰਿਵਾਰ, ਸਾਲੇ ਸਭ ਮਤਲਬ ਜ਼ਮੀਨਾਂ ਉਹਨਾਂ ਨੇ ਵੱਡੇ 2-2 ਏਕੜ ਦੀਆਂ ਕੋਠੀਆਂ ਬਣਾਈਆਂ ਨੇ, ਕਮਾਲ ਕੀਤੀ ਹੋਈ ਆ, ਫਾਰਮ ਹਾਊਸ ਟਾਈਪ ਰਹਿ ਰਹੇ ਨੇ। ਤੇ ਕਿਸ ਤਰੀਕੇ ਨਾਲ ਲਏ ਨੇ? ਜੇ ਤਾਂ ਇਹ ਇਸ ਕੰਮ 'ਚ ਕਾਮਯਾਬ ਹੋ ਜਾਂਦੇ ਨੇ ਕਿ ਜੀ ਆਹ ਤਾਂ ਤੁਹਾਡਾ, ਜਿਹੜੀ ਗੱਲ ਇਹਨਾਂ ਨੇ ਅੱਜ ਕੱਲ੍ਹ ਦੀ ਐਡ 'ਚ ਕੀਤੀ ਸੀ ਕਿ ਪੁਰਾਣੇ ਖਰਚੇ ਤੇ ਨਵੇਂ ਪਰਚੇ ਪੈਣਗੇ, ਤੇ ਜੇ ਖਰਚੇ ਪੈ ਜਾਂਦੇ ਨੇ ਤਾਂ ਪੰਜਾਬ ਨੂੰ ਬੜਾ ਫਾਇਦਾ ਹੋਊਗਾ, ਬਹੁਤ ਵੱਡਾ ਕੰਮ ਹੋ ਜਾਊਗਾ ਪੰਜਾਬ ਦਾ। ਇਕੱਲੇ ਮੋਹਾਲੀ ਦਾ ਮੈਂ ਕਹਿਣਾ, ਬਾਕੀ ਤਾਂ ਸਾਰੇ ਪੰਜਾਬ 'ਚ ਪਿਆ 50-60 ਹਜ਼ਾਰ ਏਕੜ ਜ਼ਮੀਨ। ਪਰ ਚਲੋ ਜਿੰਨਾ ਕੁ ਲੱਗੇ ਹੋਏ ਨੇ 300 ਏਕੜ, 300 ਕਰੋੜ ਤਾਂ 302 ਕਰੋੜ ਦਾ ਦਾਅਵਾ ਕੀਤਾ ਕਿ ਅਸੀਂ ਪਿਛਲੇ 10-12 ਦਿਨਾਂ 'ਚ ਛਡਾਈ ਹੈ। ਚੰਗੀ ਗੱਲ ਹੈ, ਛਡਾਓ। ਹੁਣ ਜਿਹੜੇ ਪਟਵਾਰੀਆਂ ਨੇ ਥੋੜਾ ਜਿਹਾ ਰੇੜਕਾ ਪਾ ਦੇਣੇ ਸਾਰੇ ਪੰਜਾਬ 'ਚ। ਪਟਵਾਰੀ ਕਹਿੰਦੇ ਅਸੀਂ ਆਪਣੇ ਸਰਕਲ 'ਚ ਕੰਮ ਕਰਾਂਗੇ, 1200 ਕੁਛ ਪਟਵਾਰੀਆਂ ਦੇ ਨਿਯੁਕਤੀ ਪੱਤਰ ਦੇਣੇ ਨੇ, ਉਹ ਦਿਓ ਜਲਦੀ, ਉਹਨਾਂ ਦਾ ਕੰਮ ਲਓ। ਚਲੋ ਇਹ ਗੱਲ ਤਾਂ ਇੱਕ ਪਾਸੇ ਰਹੀ ਜਿਹੜਾ ਤੁਹਾਡਾ ਸਵਾਲ, ਦੇਖੋ ਜਿਹੜੀਆਂ ਕੁੰਡੀਆਂ ਵਾਲੀ ਗੱਲ ਵੀ ਤੇ ਅਦਰਵਾਈਜ਼ ਜਿਹੜੇ ਧਰਮ ਦੇ ਨਾਮ ਤੇ ਡੇਰੇ ਖੁੱਲਦੇ ਨੇ, ਤੇ ਜੇ ਉਹ ਆਪ ਹੀ ਇਹੋ ਜਿਹਾ ਕੰਮ ਕਰਨ ਨਜਾਇਜ਼ ਕੰਮ। ਹੁਣ ਇੱਕ ਡੇਰਾ ਜਿਹੜਾ ਕੁੰਡੀ ਪਹਿਲਾਂ ਫੜਿਆ ਗਿਆ, 17 AC ਚੱਲਦੇ ਨੇ ਤੇ ਦੂਜੇ 'ਚ 8 AC ਫੜੇ ਗਏ ਨੇ। ਤੇ ਉਹ ਜਦੋਂ ਉਹਨਾਂ ਦਾ ਟਰਾਂਸਫਾਰਮਰ ਹੀ ਲਾਤਾ ਸੀ, ਸਿੱਧੀ ਲਾਈਨ ਤੋਂ ਦੇ ਸੀ ਬਿਜਲੀ। ਇਹਦਾ ਕੈਲਕੂਲੇਸ਼ਨ ਵੀ ਨਹੀਂ ਆਉਂਦੀ, 1200 ਕਰੋੜ 'ਚ ਆਉਂਦੀ ਹੈ, ਚੋਰੀ 'ਚ ਨਹੀਂ ਆਉਂਦੀ। ਤੋ ਇੱਕ ਤਾਂ ਇਹ ਕੰਮ ਜਿਹੜਾ ਥਾਣੇ, ਬੜੇ ਸਾਰੇ ਜਿਹੜੇ ਥਾਣੇ ਉਹਨਾਂ 'ਚ ਬਿਜਲੀ ਨਹੀਂ ਲੱਗੇ ਹੋਏ, ਇਹ ਫੜਨ ਦੇ ਪਾਸੇ ਇਹ ਵੀ ਚਲੋ ਖੈਰ ਵੱਡਾ ਕੰਮ ਹੈ। ਲੇਕਿਨ ਇਹ ਜ਼ਿਆਦਾ ਵੱਡਾ ਜਿਹਦਾ ਮੈਂ ਜ਼ਿਕਰ ਤੁਸੀਂ ਸਵਾਲ ਕੀਤਾ ਕਿ ਧਾਰਮਿਕ ਸਥਾਨਾਂ ਤੇ ਨਜਾਇਜ਼ ਕਬਜ਼ੇ, ਬਹੁਤ ਧਾਰਮਿਕ ਸਥਾਨ, ਬੜੇ ਧਾਰਮਿਕ ਸਥਾਨ ਬੜੇ ਨਜਾਇਜ਼ ਕਬਜ਼ਿਆਂ ਤੇ ਵੀ ਹੋਏ ਨੇ। ਮਤਲਬ ਹਾਲ ਤਾਂ ਇਹ ਹੈ ਕਿ ਤੁਸੀਂ ਆਉਂਦੇ ਜਾਂਦੇ ਸੜਕਾਂ ਤੇ, ਚਲੋ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ,
ਕਿਤੇ ਵੀ ਤੁਸੀਂ ਸ਼ਿਮਲੇ ਜਾਓ, ਜਿੱਥੇ ਵੀ ਪਹਿਲਾਂ ਜੇ ਸਾਲ ਪਹਿਲਾਂ ਉੱਥੇ ਗਏ ਸੀ, ਇੱਕ ਪੱਥਰ ਜੀ ਤੇ ਸੰਧੂਰ ਲਾਇਆ ਹੋਇਆ ਸੀ, ਆਉਂਦਿਆਂ ਨੂੰ ਛੋਟਾ ਜਿਹਾ ਮੰਦਿਰ, ਜਾਣ ਦੇ 5-7 ਸਾਲ ਚ ਮੰਦਿਰ ਬਣ ਜਾਂਦਾ ਸੀ। ਇਸ ਤਰ੍ਹਾਂ ਬਾਜ਼ਾਰਾਂ ਬਣੀਆਂ ਨੇ, ਬੜੇ ਕਬਜ਼ੇ ਜੰਗਲਾਤ ਦੀ ਜ਼ਮੀਨ ਤੇ, ਨਹਿਰਾਂ ਤੇ ਇੱਧਰ ਉੱਧਰ ਬੜੇ ਕਬਜ਼ੇ ਕੀਤੇ ਹੋਏ ਨੇ। ਜੇ ਇਸ ਤਰ੍ਹਾਂ ਦੇ ਡੇਰਿਆਂ ਨੂੰ ਚਲਾਉਣ ਚ ਕਾਮਯਾਬ ਹੋ ਜਾਂਦੇ ਨੇ, ਦੇਖੋ ਜੀ ਬੱਲੇ ਬੱਲੇ ਤਾਂ ਹੋਊਗੀ। ਇਹ ਨਹੀਂ ਮੈਂ ਕਹਿੰਦਾ, ਪ੍ਰਸ਼ੰਸਾ ਕਰਨੀ ਵੀ ਬਣਦੀ ਹੈ, ਪਰ ਖਾਸ ਗੱਲ ਇਹ ਹੋ, ਪੰਜਾਬ ਦਾ ਖਜ਼ਾਨਾ ਵੀ ਜਿਹੜਾ ਹੈ ਉਹ ਵੀ ਭਰਪੂਰ ਹੋ ਜੂ, ਜਿਹਦੀ ਇਹਨਾਂ ਕੋਲ ਕਮੀ ਹੈ। ਆਸ ਕਰੀਏ ਕਿ ਆਪਣੇ ਏਮ ਚ ਇਹ ਪੂਰੇ ਹੋਣ। ਜੀ ਸ਼ੁਕਰੀਆ ਵਾਲੀਆ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਥੈਂਕ ਯੂ।